ਐਕਸ਼ਨ ਜੋ ਸੀ ਉਹ ਇੰਦਰਾ ਗਾਂਧੀ ਨੇ ਜਿਹੜਾ ਇੱਕ ਘਿਨਾਉਣਾ ਕਰਮ ਕਰਕੇ ਅਕਾਲ ਤਖਤ ਸਾਹਿਬ ਤੇ ਹਮਲਾ ਕਰਕੇ ਕੀਤਾ ਸੀ ਤੇ ਉਹਦਾ ਰਿਐਕਸ਼ਨ ਇਹ ਸੀਗਾ ਕਿ ਸਿੰਘਾਂ ਨੇ ਸਰਦਾਰ ਬੇਅੰਤ ਸਿੰਘ ਜੀ, ਸਰਦਾਰ ਸਤਵੰਤ ਸਿੰਘ ਜੀ ਤੇ ਸਰਦਾਰ ਕੇਹਰ ਸਿੰਘ ਜੀ ਜੋ ਸ਼ਹੀਦ ਹੋਏ ਨੇ ਮਗਰੋਂ, ਉਹਨਾਂ ਨੇ ਇੰਦਰਾ ਪਾਪਣ ਦਾ ਸੋਧਾ ਲਾ ਕੇ ਰਿਐਕਸ਼ਨ ਉਹ ਸੀ। ਸੋ ਜੈਨੋਸਾਈਡ ਦਾ ਜੋ ਮਤਲਬ ਹੁੰਦਾ ਹੈ ਉਹ ਹੁੰਦਾ ਹੈ ਕਿ ਇੱਕ ਕਿਸੇ ਨਸਲ ਦੀ, ਕਿਸੇ ਕਮਿਊਨਿਟੀ ਦੀ, ਕਿਸੇ ਧਰਮ ਦੀ ਉਹਦੀ ਨਸਲਕੁਸ਼ੀ ਕਰ ਦੇਣੀ, ਉਹਦਾ ਖੁਰਾ ਖੋਜ ਮਕਾਉਣ ਦਾ ਜਿਹੜਾ ਹੈ ਉਹ ਯਤਨ ਕਰਨਾ। ਸੋ ਇਹੀ ਜੋ ਯਤਨ ਆ ਸਰਕਾਰ ਵੱਲੋਂ ਕੀਤਾ ਗਿਆ, ਪਰ ਸਿੱਖ ਕੌਮ ਜਿਹੜੀ ਅੱਜ ਵੀ ਚੜ੍ਹਦੀ ਕਲਾ 'ਚ ਹੈ। ਉਹ ਵੇਖਦੇ ਨੇ ਕਿ 200-250 ਸਿੰਘਾਂ ਨੇ ਹਜ਼ਾਰਾਂ ਨੂੰ ਵਿਛਾ ਦਿੱਤਾ ਤੇ ਖੁੰਦਕ ਕਿਵੇਂ ਕੱਢੀ ਉਹਨਾਂ ਨੇ ਕਿ ਮਾਸੂਮ ਬੱਚਿਆਂ ਨੂੰ ਉਹਨਾਂ ਦੇ ਲੱਤਾਂ ਤੇ ਲੱਤਾਂ ਰੱਖ ਕੇ ਤੇ ਉਹਨਾਂ ਨੂੰ ਵਿੱਚੋਂ ਚੀਰ ਦੇਣਾ, ਚੁੱਕ ਕੇ ਤੇ 18-18 ਮਹੀਨਿਆਂ ਦੇ 12-12 ਮਹੀਨਿਆਂ ਦੇ ਬੱਚਿਆਂ ਨੂੰ ਕੰਧਾਂ ਨਾਲ ਮਾਰਨਾ। ਭੈਣਾਂ ਧੀਆਂ ਦੀ ਜਿਹੜੀ ਆ ਬੇਪੱਤੀ ਹੋਈ ਉਹ ਵੱਖਰੀ। ਤੇ ਜਿਹੜੇ ਉਧਰ ਸ਼ਰਧਾਲੂ ਗੁਰੂ ਅਰਜਨ ਮਹਾਰਾਜ ਦੇ ਸ਼ਹੀਦੀ ਪੁਰਬ ਨੂੰ ਮਨਾਉਣ ਆਏ ਸੀਗੇ, ਉਹਦਾ ਸਤਿਕਾਰ ਭੇਟ ਕਰਨ ਆਏ ਸੀਗੇ, ਉਹਨਾਂ ਨੂੰ ਬੇਰਹਿਮੀ ਦੇ ਨਾਲ ਮਾਰਿਆ ਗਿਆ। ਉਧਰ ਮੈਂ ਇੱਧਰ ਜ਼ਿਕਰ ਕਰ ਦੇਣਾ ਚਾਹੁੰਦਾ ਹੈ ਕਿ ਸਰਕਾਰ ਨੇ ਦਿੱਲੀ ਤੋਂ ਬਾਹਰੋਂ ਜਿਹੜੇ ਹੈ ਉਹ ਦਰਿੰਦੇ ਮੰਗਵਾਏ, ਦਹਿਸ਼ਤਗਰਦ ਮੰਗਵਾਏ। ਐਕਚੁਅਲ ਦੇ ਵਿੱਚ ਜੇ ਆਪਾਂ ਅੱਤਵਾਦੀ ਕਹਿਣਾ ਹੈ ਤੇ ਦਹਿਸ਼ਤਗਰਦ ਆਖਣਾ ਹੈ ਤੇ ਜਿਹੜਾ ਨਵੰਬਰ ਦਾ ਜਿਹੜਾ ਨਸਲਕੁਸ਼ੀ ਉਹਨੂੰ ਆਖਣਾ ਚਾਹੀਦਾ। ਉਹਨਾਂ ਨੇ ਇੱਕ ਘਰ ਜਿਹਦੇ ਵਿੱਚ ਸਿੱਖ ਰਹਿੰਦੇ ਸਨ ਉਹਨਾਂ ਤੇ ਕ੍ਰਾਸ ਸਾਈਨ ਲਗਾਏ, ਮਾਰਕ ਕੀਤੇ ਕਿ ਅਗਲੇ ਦਿਨ ਇਸ ਘਰ ਦੇ ਵਿੱਚ ਜਿਹੜੇ ਇਹਦੇ ਵਸਨੀਕ ਨੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਜਾਵੇਗਾ ਤੇ ਧੀਆਂ ਭੈਣਾਂ ਦੀ ਜਿਹੜੀ ਇੱਜ਼ਤ ਅਸੀਂ ਰੋਲਾਂਗੇ। ਸਿੱਖ ਧੀਆਂ ਭੈਣਾਂ ਦੇ ਰੇਪ ਕੀਤੇ ਗਏ ਇਹ ਕਹਿ ਕੇ ਕਿ ਅਸੀਂ ਸਿੱਖਾਂ ਦਾ ਸ਼ੁੱਧੀਕਰਨ ਕਰ ਰਹੇ ਹਾਂ। ਪਰਿਵਾਰ 'ਚ ਕਿਸ ਤਰ੍ਹਾਂ ਦੀਆਂ ਫਿਰ ਗੱਲਾਂ ਬਾਤਾਂ ਰਹਿੰਦੀਆਂ? ਤੁਸੀਂ ਨੌਜਵਾਨ ਹੋ, ਪਰਿਵਾਰ 'ਚ ਗੱਲਾਂ ਬਾਤਾਂ ਤਾਂ ਚੱਲਦੀਆਂ ਹੋਣਗੀਆਂ ਕਿ ਇਹ ਪਰਿਵਾਰ ਦੇ ਮੈਂਬਰ ਨੇ ਇਸ ਤਰ੍ਹਾਂ ਸ਼ਹੀਦੀ ਦਿੱਤੀ, ਜਿਹੜੇ ਸਾਡੇ ਸੰਤ ਨੇ ਉਹਨਾਂ ਨੇ ਇਸ ਤਰ੍ਹਾਂ ਸ਼ਹੀਦੀਆਂ ਦਿੱਤੀਆਂ। ਕੀ ਗੱਲਾਂ ਚੱਲਦੀਆਂ ਨੇ? ਕਿਉਂਕਿ ਹਮੇਸ਼ਾ ਹੀ ਜਿਹੜਾ ਜ਼ਖਮ ਹੁੰਦਾ ਉਹ ਤਾਂ ਅੱਲਾ ਹੁੰਦਾ ਹੀ ਆ ਜਦੋਂ ਵੀ ਸਮਾਂ ਆਉਂਦਾ ਹੈ। ਮੈਂ ਵਾਪਸ ਇੱਕ ਕੌਨਸਟੀਟਿਊਸ਼ਨਲ ਗੱਲ ਦੇ ਉੱਤੇ ਆ ਜਾਵਾਂ ਕਿ ਇਸ ਦੇਸ਼ ਦੇ ਵਿੱਚ ਜੈਨੋਸਾਈਡ ਨਾਮ ਦਾ ਕੋਈ ਟਰਮ ਹੀ ਹੈ ਨਹੀਂਗਾ। ਇੱਧਰ ਤੱਕ ਕਿ ਜਿਹੜੀ ਜੈਨੋਸਾਈਡ ਕਨਵੈਨਸ਼ਨ ਹੋਈ UN ਦੇ ਵਿੱਚ, ਉੱਧਰ ਇੰਡੀਆ ਦੇ ਸਾਈਨ ਨੇ ਕਿ ਇਹ ਦੇਸ਼ ਜਿਨ੍ਹਾਂ ਦੇ ਸਾਈਨ ਹੋਏ ਹੋਏ ਨੇ, ਦਸਤਖਤ ਹੋਏ ਨੇ, ਇਹ ਜੈਨੋਸਾਈਡ ਨਾ ਤਾਂ ਕਰ ਸਕਦੇ ਆ ਤੇ ਜੇ ਹੁੰਦਾ ਹੈ ਤੇ ਦੋਸ਼ੀਆਂ ਨੂੰ ਜਿਹੜੀ ਬਣਦੀ ਸਜ਼ਾ ਮਿਲਣੀ ਚਾਹੀਦੀ ਹੈ। ਸੋ ਮੈਂ ਅੱਜ ਭਾਰਤ ਸਰਕਾਰ ਕੋਲੋਂ ਪੁੱਛਣਾ ਚਾਹੁੰਦਾ ਹੈ ਕਿ ਤੁਸੀਂ ਸਿੱਖਾਂ ਨਾਲ ਵੀ ਬੇਈਮਾਨ ਹੋ ਤੇ UN ਨਾਲ ਵੀ ਬੇਈਮਾਨ ਹੋ। ਆਪਾਂ ਮੰਗਾਂ ਵੇਖ ਲਈਏ, ਸਾਡੇ ਜੋ ਹੱਕ ਬਣਦੇ ਉਹ ਮੰਗਾਂ ਨਹੀਂ ਗਏ, ਉਸ ਐਕਚੁਅਲੀ ਸਾਡੇ ਹੱਕ ਨੇ ਜੋ ਨਹਿਰੂ ਗਾਂਧੀ ਨੇ ਸਾਨੂੰ ਜਿਹੜੇ ਆ ਵਾਅਦੇ ਦੇ ਰੂਪ ਦੇ ਵਿੱਚ ਕਹੇ ਸੀਗੇ ਕਿ ਉੱਤਰੀ ਭਾਰਤ ਦੇ ਵਿੱਚ ਪੰਜਾਬ ਨੂੰ ਸਿੱਖਾਂ ਨੂੰ ਇੱਕ ਆਜ਼ਾਦ ਖਿੱਤਾ ਮਿਲੂਗਾ ਜਿੱਧਰ ਸਿੱਖ ਆਪਣੀ ਆਜ਼ਾਦੀ ਦਾ ਨਿੱਘ ਮੰਨਣਗੇ। ਜਦੋਂ ਨਹੀਂ ਦਿੱਤਾ ਤਾਂ ਸਿੱਖਾਂ ਨੇ ਸੰਘਰਸ਼ ਜਿਹੜਾ ਸ਼ੁਰੂ ਕਰ ਦਿੱਤਾ। ਤੇ ਜਿੱਧਰ ਤੱਕ ਗੱਲ ਰਹਿੰਦੀ ਆ, ਜਦੋਂ ਅਸੀਂ ਉਹਨਾਂ ਹੱਕਾਂ ਦੀ ਗੱਲ ਕਰਦੇ ਹਾਂ ਉਦੋਂ ਇੱਕ ਨਵੀਂ ਮੁਸੀਬਤ ਲਿਆ ਕੇ ਸਾਡੇ ਸਿਰ ਜਿਹੜੀ ਆ ਪਾ ਦਿੱਤੀ ਜਾਂਦੀ ਹੈ। ਹੁਣ ਮੈਂ ਬੇਨਤੀ ਇਹ ਕਰਨਾ ਚਾਹੁੰਦਾ ਹਾਂ ਕਿ ਆਪਾਂ ਕੱਲੇ ਜਿਹੜੇ ਸੰਘਰਸ਼ ਕਰ ਰਹੇ ਹਾਂ ਆਪਾਂ ਇੱਕ ਪਲੇਟਫਾਰਮ 'ਤੇ ਆਈਏ ਤੇ ਇੱਕ ਦੂਜੇ ਨੂੰ ਪਹਿਲਾਂ ਤਾਂ ਜਰਨਾ ਸਿੱਖੀਏ। ਜੇ ਆਪਾਂ ਇੱਕ ਦੂਜੇ ਨੂੰ ਜਰ ਨਹੀਂ ਸਕਦੇ ਤੇ ਇੱਕ ਦੂਸਰੇ ਦੀ ਵਿਚਾਰਧਾਰਾ ਨਹੀਂ ਸੁਣ ਸਕਦੇ ਤੇ A ਟੀਮ ਜਿਹੜੀ ਆ ਉਹ B ਟੀਮ ਨੂੰ ਗਾਲਾਂ ਕੱਢੀ ਜਾਂਦੀ ਹੈ, B ਟੀਮ ਜਿਹੜੀ ਆ A ਟੀਮ ਨੂੰ ਗਾਲਾਂ ਕੱਢੀ ਜਾਂਦੀ ਹੈ। ਆਹ 5 ਉਂਗਲੀਆਂ ਵੱਖਰੀਆਂ ਨੇ, ਪਰ ਜੇ ਆਪਾਂ ਇਹਨੂੰ ਇਕੱਠੀਆਂ ਕਰ ਲੈਂਦੇ ਹਾਂ ਤੇ ਸ਼ਕਤੀ ਬਹੁਤ ਜ਼ਿਆਦਾ ਬਣ ਜਾਂਦੀ ਹੈ। ਇੱਕ ਦੂਸਰੇ ਨੂੰ ਪਹਿਲਾਂ ਤਾਂ ਪਹਿਚਾਣੀਏ ਟਰਾਂਸਪੇਰੈਂਟ ਹੋ ਕੇ, ਨਾਲੇ ਤੇ ਇੱਕ ਕਮਿਊਨੀਕੇਸ਼ਨ ਆਪਣੀ ਜਿਹੜੀ ਸ਼ੁਰੂ ਕਰੀਏ ਇੱਕ ਦੂਸਰੇ ਦੇ ਨਾਲ, ਤੇ ਨਾਲੇ ਆਪਣਿਆਂ ਨੂੰ ਤੇ ਗੈਰਾਂ ਨੂੰ ਪਹਿਚਾਣ ਕੇ ਤੇ ਇੱਕ ਪਲੇਟਫਾਰਮ ਤੇ ਆਈਏ ਤੇ ਫਿਰ ਸੰਘਰਸ਼ ਸ਼ੁਰੂ ਕਰੀਏ। ਫਿਰ ਉਹ ਜਿਹੜਾ ਇਹ ਪਾਰ ਜਿਹੜਾ ਉਤਰਨਾ ਆ, ਨਹੀਂ ਤਾਂ ਨਵੰਬਰ ਦਾ ਮਹੀਨਾ ਚੜ੍ਹਦੇ ਸਾਰ ਹੀ ਸਿੱਖ ਨਸਲਕੁਸ਼ੀ ਦਾ ਦੌਰ ਦਾ ਉਹ ਦਿਨ ਚੇਤੇ ਆਉਂਦੇ ਹਨ ਜਦੋਂ ਬੇਗੁਨਾਹ ਸਿੱਖ ਨੌਜਵਾਨਾਂ ਨੂੰ ਕੋਹ ਕੇ ਮਾਰਿਆ ਗਿਆ ਸੀ, ਗਲਾਂ 'ਚ ਟਾਇਰ ਪਾ ਕੇ ਸਾੜਿਆ ਗਿਆ ਸੀ, ਜਿਸ ਨੂੰ ਲੈ ਕੇ ਲਗਾਤਾਰ ਹੀ ਕਈ ਲੋਕ ਇਹ ਦਿਨਾਂ ਨੂੰ ਸੁਨਹਿਰਾ ਦੌਰ ਵੀ ਕਹਿੰਦੇ ਨੇ। ਗੱਲਬਾਤ ਕਰਨ ਲਈ ਤਿਆਰ ਨੇ ਕਵਰਚਰ ਸਿੰਘ ਸਿੱਖ ਸਟੂਡੈਂਟ ਫੈਡਰੇਸ਼ਨ ਤੋਂ ਨੇ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਨਵੰਬਰ ਦਾ ਮਹੀਨਾ ਆਉਂਦੇ ਸਾਰੀ ਸਾਡੇ ਹਿਰਦੇ ਜਿਹੜੇ ਵਲੁੰਦਰੇ ਜਾਂਦੇ ਨੇ, ਕੀ ਕਹਿਣਾ ਚਾਹੋਗੇ? ਫਸਟ ਓਪੀਨੀਅਨ ਕੀ ਹੈ ਤੁਹਾਡੀ? ਫਸਟ ਓਪੀਨੀਅਨ ਤਾਂ ਆਹੀ ਹੈ ਕਿ ਭਾਈ ਸਾਹਿਬ ਜੀ, ਇਹ ਜਿਵੇਂ ਇੱਕ ਪਰਚਾਇਆ ਜਾ ਰਿਹਾ ਸਰਕਾਰ ਵੱਲੋਂ 1984 ਤੋਂ ਬਾਅਦ ਇਹ ਪਰਚਾਇਆ ਗਿਆ ਸੀਗਾ ਕਿ ਇਹ ਇੱਕ ਰਿਐਕਸ਼ਨ ਸੀਗਾ ਜਨਰਲ ਪਬਲਿਕ ਦਾ, ਹਿੰਦੂ ਕਮਿਊਨਿਟੀ ਦਾ ਤੇ ਸਰਕਾਰ 'ਤੇ ਰਿਐਕਸ਼ਨ ਸੀ। ਪਰ ਜੋ ਅਸਲੀਅਤ ਹੈ ਉਹ ਇਹ ਹੈ ਕਿ ਐਕਸ਼ਨ ਜੋ ਸੀ ਉਹ ਇੰਦਰਾ ਗਾਂਧੀ ਨੇ ਜਿਹੜਾ ਇੱਕ ਘਿਨਾਉਣਾ ਕਰਮ ਕਰਕੇ ਅਕਾਲ ਤਖਤ ਸਾਹਿਬ 'ਤੇ ਹਮਲਾ ਕਰਕੇ ਕੀਤਾ ਸੀ ਤੇ ਉਹਦਾ ਰਿਐਕਸ਼ਨ ਇਹ ਸੀਗਾ ਕਿ ਸਿੰਘਾਂ ਨੇ ਸਰਦਾਰ ਬੇਅੰਤ ਸਿੰਘ ਜੀ, ਸਰਦਾਰ ਸਤਵੰਤ ਸਿੰਘ ਜੀ ਤੇ ਸਰਦਾਰ ਕੇਹਰ ਸਿੰਘ ਜੀ ਜੋ ਸ਼ਹੀਦ ਹੋਏ ਨੇ ਮਗਰੋਂ, ਉਹਨਾਂ ਨੇ ਇੰਦਰਾ ਪਾਪਣ ਦਾ ਸੋਧਾ ਲਾ ਕੇ ਰਿਐਕਸ਼ਨ ਉਹ ਸੀ। ਉੱਧਰ ਤੱਕ ਜਿਹੜੀ ਆ ਐਕਸ਼ਨ ਤੇ ਰਿਐਕਸ਼ਨ ਖਤਮ ਹੋ ਜਾਣਾ ਚਾਹੀਦਾ ਸੀ, ਪਰ ਇੱਕ ਹੋਰ ਨੀਚ ਹਰਕਤ ਕੀਤੀ ਸਰਕਾਰ ਨੇ ਤੇ ਰਾਜੀਵ ਗਾਂਧੀ ਨੇ, ਜੋ ਇੱਕ ਐਕਚੁਅਲ ਦੇ ਵਿੱਚ ਡਰਾਕਲ ਬੰਦਾ ਸੀ ਰਾਜੀਵ ਗਾਂਧੀ, ਪਰ ਉਹਨੇ ਇੱਕ ਆਪਣੀ ਪਾਵਰ ਦਾ ਦੁਰਵਰਤੋਂ ਜਿਹੜੀ ਆ ਕੀਤੀ ਤੇ ਨਵੰਬਰ ਦਾ ਮਹੀਨਾ ਚੜ੍ਹਦੇ ਹੀ ਹਜ਼ਾਰਾਂ
ਸਿੱਖ ਜੋ ਭਾਈ ਨੇ, ਨੌਜਵਾਨ, ਬੱਚੇ, ਬੀਬੀਆਂ, ਇਹਨਾਂ ਦਾ ਕਤਲੇਆਮ ਕੀਤਾ ਗਿਆ। ਸਿੱਖ ਧੀਆਂ ਦੀ ਜੋ ਹੈ ਇੱਜ਼ਤ ਨੂੰ ਰੋਲਿਆ ਗਿਆ ਸੜਕਾਂ ਦੇ ਉੱਤੇ। ਸੋ ਇਹ ਕਹਿਣ ਤੋਂ ਭਾਵ ਇਹ ਹੈ ਕਿ ਐਕਸ਼ਨ ਤੇ ਰਿਐਕਸ਼ਨ ਖਤਮ ਹੋ ਚੁੱਕਿਆ ਹੋਇਆ ਸੀ। ਉਧਰ ਗੱਲ ਜਿਹੜੀ ਆ ਥੰਮ ਜਾਣੀ ਚਾਹੀਦੀ ਸੀ, ਪਰ ਨੀਚ ਸਰਕਾਰਾਂ ਦਾ ਇਹ ਕੰਮ ਹੁੰਦਾ, ਹੁਕਮਰਾਨਾਂ ਦਾ ਕੰਮ ਹੁੰਦਾ ਹੈ, ਜਿਹੜੇ ਅਕਿਰਤਕਨ ਹੋ ਚੁੱਕੇ ਹੁੰਦੇ ਨੇ, ਖੂਨ ਚਿੱਟਾ ਹੋ ਚੁੱਕਿਆ ਹੁੰਦਾ ਹੈ, ਕਿ ਚੜ੍ਹਦੀ ਕਲਾ ਵਾਲੀ ਕੌਮਾਂ ਨੂੰ ਜਿਹੜਾ ਹੈ ਉਹ ਜਿਉਂਦਾ ਨਹੀਂ ਜਿਹੜਾ ਰਹਿਣ ਦਿੰਦੇ। ਸੋ ਜੈਨੋਸਾਈਡ ਦਾ ਜੋ ਮਤਲਬ ਹੁੰਦਾ ਹੈ ਉਹ ਹੁੰਦਾ ਹੈ ਕਿ ਇੱਕ ਕਿਸੇ ਨਸਲ ਦੀ, ਕਿਸੇ ਕਮਿਊਨਿਟੀ ਦੀ, ਕਿਸੇ ਧਰਮ ਦੀ ਉਹਦੀ ਨਸਲਕੁਸ਼ੀ ਕਰ ਦੇਣੀ, ਉਹਦਾ ਖੁਰਾ ਖੋਜ ਮਕਾਉਣ ਦਾ ਜਿਹੜਾ ਹੈ ਉਹ ਯਤਨ ਕਰਨਾ। ਸੋ ਇਹੀ ਜੋ ਯਤਨ ਆ ਸਰਕਾਰ ਵੱਲੋਂ ਕੀਤਾ ਗਿਆ, ਪਰ ਸਿੱਖ ਕੌਮ ਜਿਹੜੀ ਅੱਜ ਵੀ ਚੜ੍ਹਦੀ ਕਲਾ 'ਚ ਹੈ। ਉਹ ਇੱਕ ਕਾਲਾ ਦੌਰ ਜਿਹੜਾ ਹੈ ਸਿੱਖਾਂ ਦੇ ਉੱਤੋਂ ਜਿਹੜਾ ਬੀਤ ਕੇ 1984 ਦੇ ਵਿੱਚ, ਪਹਿਲਾਂ ਜੂਨ ਦੇ ਵਿੱਚ ਤੇ ਫਿਰ ਨਵੰਬਰ ਦੇ ਵਿੱਚ ਹੋ ਕੇ ਗਿਆ। ਤੁਸੀਂ ਕਾਲੇ ਦੌਰ ਦੀ ਗੱਲ ਕੀਤੀ, ਕਈ ਸਾਡੇ ਵੀਰ ਨੇ ਉਹ ਕਹਿੰਦੇ ਜੀ ਕਿ ਇਹ 골ਡਨ ਦੌਰ ਸੀਗਾ, ਉਹ 골ਡਨ ਦੌਰ ਸੀਗਾ। ਤੁਹਾਨੂੰ ਲੱਗਦਾ ਤੁਹਾਡੇ ਪਰਿਵਾਰ ਦੇ ਕਈ ਜੀਆਂ ਨੇ ਸ਼ਹਾਦਤ ਪ੍ਰਾਪਤ ਕੀਤੀ ਹੈ, ਕਈਆਂ ਨੇ ਜੇਲ੍ਹਾਂ ਕੱਟੀਆਂ ਨੇ, ਕਿ ਤੁਹਾਨੂੰ ਲੱਗਦਾ ਕਿ ਉਹ ਦਿਨ ਵਾਕਈ 골ਡਨ ਦਿਨ ਸੀਗੇ? ਵੇਖੋ ਜੀ, ਆਪੋ ਆਪਣਾ ਜਿਹੜਾ ਸੋਚਣ ਦਾ ਨਜ਼ਰੀਆ, ਆਪੋ ਆਪਣੀ ਜਿਹੜੀ ਵਿਚਾਰਧਾਰਾ ਆ, ਠੀਕ ਹੈ। ਤੇ ਪਰ ਜਿੱਥੇ ਤੱਕ ਮੈਂ ਆਪਣਾ ਵਿਚਾਰ ਦੇਵਾਂ ਤੇ ਇੱਕ ਕਾਲੇ ਦੌਰ ਦੇ ਵਜੋਂ ਹੀ ਉਹਨੂੰ ਜਾਣਿਆ ਜਾਵੇਗਾ, ਕਿਉਂਕਿ ਘੱਲੂਘਾਰਾ ਜੋ ਟਰਮ ਹੈ ਉਹ ਕਿਸੇ ਸੋਹਣੀ ਚੀਜ਼ ਦੇ ਲਈ ਜਾਂ ਚੜ੍ਹਦੀ ਕਲਾ ਵਾਲੇ ਸਮੇਂ ਦੇ ਲਈ ਨਹੀਂ ਵਰਤੀ ਜਾਂਦੀ। ਜਦੋਂ ਸਾਡੇ ਹਜ਼ਾਰਾਂ ਹੀ ਨੌਜਵਾਨਾਂ ਨੂੰ ਮਾਰ ਦਿੱਤਾ ਗਿਆ, ਜੇ ਮੈਂ 1984 ਦਾ ਦੌਰ ਥੋੜ੍ਹਾ ਟਾਈਮਲਾਈਨ ਤੁਹਾਡੇ ਨਾਲ ਸਾਂਝੀ ਕਰਾਂ, ਆਪਰੇਸ਼ਨ ਬਲੂ ਸਟਾਰ ਹੁੰਦਾ ਹੈ ਤੇ ਵੇਖਦੇ ਨੇ ਜਿਹੜੇ ਜਰਨੈਲ ਵਗੈਰਾ ਸੀਗੇ ਇੰਡੀਅਨ ਆਰਮੀ ਦੇ, ਕੇ ਐਸ ਬਰਾੜ ਵਰਗੇ ਇੱਧਰ ਉੱਧਰ ਹਨ, ਉਹ ਵੇਖਦੇ ਨੇ ਕਿ 200, 250 ਸਿੰਘਾਂ ਨੇ ਹਜ਼ਾਰਾਂ ਨੂੰ ਵਿਛਾ ਦਿੱਤਾ ਤੇ ਖੁੰਦਕ ਕਿਵੇਂ ਕੱਢੀ ਉਹਨਾਂ ਨੇ ਕਿ ਮਾਸੂਮ ਬੱਚਿਆਂ ਨੂੰ ਉਹਨਾਂ ਦੇ ਲੱਤਾਂ ਤੇ ਲੱਤਾਂ ਰੱਖ ਕੇ ਤੇ ਉਹਨਾਂ ਨੂੰ ਵਿੱਚੋਂ ਚੀਰ ਦੇਣਾ, ਚੁੱਕ ਕੇ ਤੇ 18 ਮਹੀਨਿਆਂ ਦੇ 12 ਮਹੀਨਿਆਂ ਦੇ ਬੱਚਿਆਂ ਨੂੰ ਕੰਧਾਂ ਨਾਲ ਮਾਰਨਾ। ਭੈਣਾਂ ਧੀਆਂ ਦੀ ਜਿਹੜੀ ਆ ਬੇਪੱਤੀ ਹੋਈ ਉਹ ਵੱਖਰੀ। ਤੇ ਜਿਹੜੇ ਉਧਰ ਸ਼ਰਧਾਲੂ ਗੁਰੂ ਅਰਜਨ ਮਹਾਰਾਜ ਦੇ ਸ਼ਹੀਦੀ ਪੁਰਬ ਨੂੰ ਮਨਾਉਣ ਆਏ ਸੀਗੇ, ਉਦੋਂ ਸਤਿਕਾਰ ਭੇਟ ਕਰਨ ਆਏ ਸੀਗੇ, ਉਹਨਾਂ ਨੂੰ ਬੇਰਹਿਮੀ ਦੇ ਨਾਲ ਮਾਰਿਆ ਗਿਆ ਉਧਰ। ਤੋ ਇਹ ਇੱਕ ਮੇਰੇ ਹਿਸਾਬ ਦੇ ਨਾਲ ਤਾਂ ਚਲੋ ਮੈਂ ਸਮਝਦਾ ਕਿ ਸ਼ਹਾਦਤ ਜਿਹੜਾ ਉਹਦਾ ਬਹੁਤ ਵੱਡਾ ਹੈ, ਪਰ ਸਿੱਖ ਕਤਲੇਆਮ ਹੋਇਆ ਉਧਰ। ਪਹਿਲੇ ਨੂੰ ਵੀ ਅਸੀਂ ਪਹਿਲਾ ਘੱਲੂਘਾਰਾ ਕਹਿੰਦੇ ਆ, ਛੋਟਾ ਘੱਲੂਘਾਰਾ ਤੇ ਵੱਡਾ ਘੱਲੂਘਾਰਾ ਆਪਾਂ ਕਹਿੰਦੇ ਆ, ਤੇ 1984 ਦੇ ਨੂੰ ਆਪਾਂ ਤੀਸਰਾ ਘੱਲੂਘਾਰਾ ਕਹਿੰਦੇ, ਉਹ ਕਿਸੇ ਕਾਰਨ ਕਹਿੰਦੇ ਆ। ਫਿਰ ਉਸ ਤੋਂ ਬਾਅਦ ਆਪਰੇਸ਼ਨ ਬਲੈਕ ਥੰਡਰ 1 ਤੇ 2 ਹੋਇਆ। ਉਸ ਤੋਂ ਬਾਅਦ ਆਪਰੇਸ਼ਨ ਜਿਹੜਾ ਵੁੱਡਰੋਜ਼, ਜਿਹਦੇ 'ਚ ਆਪਾਂ ਕਹਿੰਦੇ ਆ ਕਿ ਲੱਖਾਂ ਸਿੱਖ ਨੌਜਵਾਨ ਉਹਨਾਂ ਨੂੰ ਮੁਕਾਬਲੇ ਕਰਕੇ, ਝੂਠੇ ਮੁਕਾਬਲੇ ਕਰਕੇ ਬੇਗੁਨਾਹਾਂ ਨੂੰ ਮਾਰਿਆ ਗਿਆ। ਕਿਉਂ? ਤਾਂ ਕਿ ਸਿੱਖ ਕੌਮ ਅਗਲੇ 50-60 ਸਾਲ ਜਿਹੜੀ ਹੈ ਉਹ ਸਿਰ ਨਾ ਚੁੱਕ ਸਕੇ। ਤੇ ਇੰਝ ਹੀ ਹੋਇਆ। ਫਿਰ ਉਹਨਾਂ ਨੇ ਸਾਨੂੰ ਇਹ ਦੌਰ ਜਿਹੜਾ ਹੈ 90-94 ਦਾ ਜਿਹੜਾ ਚੱਲਿਆ ਆਪਰੇਸ਼ਨ, ਫਿਰ ਨਾਈਟ ਡੋਮੀਨੈਂਸ ਜਿਹੜਾ ਹੈ ਉਹ KPS ਗਿੱਲ ਨੇ ਸ਼ੁਰੂ ਕੀਤਾ, ਸਰਕਾਰ ਨੇ ਕਰਵਾਇਆ। ਤੇ ਸਾਨੂੰ ਮੈਂਟਲ ਤੌਰ ਦੇ ਉੱਤੇ, ਇਹ ਹਰ ਇੰਟਰਵਿਊ ਦੇ ਵਿੱਚ ਮੈਂ ਜ਼ਿਕਰ ਕਰਦਾ ਹੁੰਦਾ ਜਦੋਂ 84 ਦਾ ਦੌਰ ਆਉਂਦਾ ਹੈ, ਕਿ ਮੈਂਟਲ ਤੌਰ ਦੇ ਉੱਤੇ ਸਾਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ, ਫਿਜ਼ੀਕਲੀ ਤੇ ਮੈਂਟਲੀ ਵੀ ਸਾਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਨਵੰਬਰ ਦੇ ਵਿੱਚ ਮੈਂ ਇੱਧਰ ਜ਼ਿਕਰ ਕਰ ਦੇਣਾ ਚਾਹੁੰਦਾ ਹੈ ਕਿ ਸਰਕਾਰ ਨੇ ਦਿੱਲੀ ਤੋਂ ਬਾਹਰੋਂ ਜਿਹੜੇ ਹੈ ਉਹ ਦਰਿੰਦੇ ਮੰਗਵਾਏ, ਦਹਿਸ਼ਤਗਰਦ ਮੰਗਵਾਏ। ਐਕਚੁਅਲ ਦੇ ਵਿੱਚ ਜੇ ਆਪਾਂ ਅੱਤਵਾਦੀ ਕਹਿਣਾ ਹੈ ਤੇ ਦਹਿਸ਼ਤਗਰਦ ਆਖਣਾ ਹੈ, ਤੇ ਜਿਹੜਾ ਨਵੰਬਰ ਦਾ ਜਿਹੜਾ ਨਸਲਕੁਸ਼ੀ ਉਹਨੂੰ ਆਖਣਾ ਚਾਹੀਦਾ ਹੈ। ਬਾਹਰੋਂ ਮੰਗਵਾਏ। ਉਹਨਾਂ ਨੇ ਇੱਕ ਘਰ ਜਿਹਦੇ ਵਿੱਚ ਸਿੱਖ ਰਹਿੰਦੇ ਸਨ, ਉਹਨਾਂ ਤੇ ਕ੍ਰਾਸ ਸਾਈਨ ਲਗਾਏ, ਮਾਰਕ ਕੀਤੇ ਕਿ ਅਗਲੇ ਦਿਨ ਇਸ ਘਰ ਦੇ ਵਿੱਚ ਜਿਹੜੇ ਇਹਦੇ ਵਸਨੀਕ ਨੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਜਾਵੇਗਾ ਤੇ ਧੀਆਂ ਭੈਣਾਂ ਦੀ ਜਿਹੜੀ ਇੱਜ਼ਤ ਅਸੀਂ ਰੋਲਾਂਗੇ। ਇਹਦੇ ਚੱਲਦਿਆਂ ਨਾਲ ਜਿਹੜੇ ਬਚ ਗਏ ਨੇ, ਮੈਂ ਇੰਟਰਵਿਊ ਸੁਣ ਰਿਹਾ ਸੀ, ਉਹ ਦੱਸਦੇ ਨੇ ਕਿ ਟਾਇਰ ਜਿਹੜੇ ਨੇ ਗਲਾਂ ਦੇ ਵਿੱਚ ਪਾ ਕੇ ਤੇ ਅੱਗ ਵੀ ਲਗਾਈ ਗਈ, ਸਿਰਾਂ ਤੋਂ ਦਸਤਾਰਾਂ ਲਾਹ ਕੇ ਤੇ ਸਿਰਾਂ ਦੇ ਵਾਲਾਂ ਨੂੰ ਫੜ ਕੇ ਤੇ ਗਲੀਆਂ ਦੇ ਵਿੱਚ ਘਸੀਟਿਆ ਗਿਆ ਉਹਨਾਂ ਨੂੰ, ਮੂੰਹ ਦੇ ਨਾਲ ਗੰਦ ਲਗਾਇਆ ਗਿਆ, ਦਾੜੀਆਂ ਪੁੱਟੀਆਂ ਗਈਆਂ। ਤੇ ਜਿਹੜੀ ਇੱਕ ਸਭ ਤੋਂ ਘਿਨਾਉਣੀ ਜਿਹੜੀ ਮੈਨੂੰ ਗੱਲ ਲੱਗੀ ਸਰਕਾਰ ਦੀ, ਹੈ ਤਾਂ ਸਾਰਾ ਹੀ ਘਿਨਾਉਣਾ, ਕਾਲਾ ਗੰਦਾ ਦੌਰ ਹੈ ਮੇਰੇ ਵਿਚਾਰ ਦੇ ਵਿੱਚ। ਤੇ ਕਾਫੀ ਜਿਹੜੇ ਪਰਿਵਾਰਾਂ ਨੇ ਸਿਹਾ ਏ ਉਹ ਇਹ ਗੱਲ ਮੰਨਦੇ ਨੇ, ਜਿਨ੍ਹਾਂ ਦੇ ਸ਼ਹੀਦ ਹੋਏ, ਜਿਨ੍ਹਾਂ ਨੇ ਸੰਘਰਸ਼ ਲੜਿਆ, ਕੁੱਟਾਂ ਖਾਧੀਆਂ ਨੇ, ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਰਹੇ ਨੇ, ਉਹਨਾਂ ਨੂੰ ਤਾਂ ਲੱਗਦਾ ਭਾਈ ਸਾਹਿਬ ਜੀ ਕਾਲਾ ਦੌਰ। ਸਾਡੇ ਪਰਿਵਾਰ ਦੇ 18 ਮੈਂਬਰ ਜਿਹੜੇ ਚਾਚੇ ਬਾਬਿਆਂ ਨੂੰ ਲਗਾ ਕੇ ਤੇ 18 ਮੈਂਬਰ ਸਾਡੇ ਸ਼ਹੀਦ ਹੋਏ ਆ, ਇਨਕਲੂਡਿੰਗ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ। ਤੇ ਜਿਹੜਾ ਦਿੱਲੀ ਦੇ ਉੱਤੇ ਆਪਾਂ ਵਾਪਸ ਆਈਏ ਤੇ ਸਿੱਖ ਧੀਆਂ ਭੈਣਾਂ ਦੇ ਰੇਪ ਕੀਤੇ ਗਏ, ਇਹ ਕਹਿ ਕੇ ਕਿ ਅਸੀਂ ਸਿੱਖਾਂ ਦਾ ਸ਼ੁੱਧੀਕਰਨ ਕਰ ਰਹੇ ਹਾਂ।
ਮੇਰੇ ਵਿਚਾਰ ਦੇ ਵਿੱਚ ਹੁਣ ਜਿਹੜੇ ਸੱਜਣਾ ਨੇ ਇਹਨੂੰ ਸੁਨਹਿਰਾ ਦੌਰ ਆਖਿਆ ਉਹਨਾਂ ਦੇ ਵਿਚਾਰ ਹੋ ਸਕਦੇ ਆ, ਬਟ ਮੇਰੇ ਵਿਚਾਰ ਦੇ ਵਿੱਚ ਇੱਕ ਬਹੁਤ ਕਾਲਾ ਘਿਨਾਉਣਾ ਤੇ ਗੰਦਾ ਜਿਹੜਾ ਦੌਰ ਹੈ ਨਸਲਕੁਸ਼ੀ ਦਾ, ਉਹ 1984 ਦਾ ਦੌਰ ਸੀ। ਉਹ ਕੰਟੀਨਿਊ ਰਿਹਾ ਤੇ ਅੱਜ ਵੀ ਸਰਕਾਰਾਂ ਜਿਹੜੀਆਂ ਮਾਨਸਿਕ ਤੌਰ ਦੇ ਉੱਤੇ ਸਾਨੂੰ ਜਿਹੜਾ ਅਟੈਕ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ। ਪਰ ਕਹਿਣ ਦਾ ਮਤਲਬ ਜਿੱਧਰੋਂ ਇਹ ਸ਼ੁਰੂ ਹੋਇਆ ਹੈ, ਜੇ 1984 ਦਾ ਦੌਰ ਨੂੰ ਆਪਾਂ ਲੈ ਕੇ ਚੱਲੀਏ ਤਾਂ ਬਹੁਤ ਇੱਕ ਕਾਲਾ ਦੌਰ ਬਲੈਕ, ਇਹ ਤਾਂ ਜਿਹੜੀ ਜੋਇਸ ਪੈਟੀਗਰੂ ਹੈ ਉਹ ਵੀ ਇਹ ਗੱਲ ਮੰਨ ਚੁੱਕੀ ਹੋਈ ਹੈ, ਆਪਣੀ ਕਿਤਾਬ ਦੇ ਵਿੱਚ ਉਹਨੇ ਲਿਖਿਆ ਹੈ। ਲੇਖਕ ਬਾਹਰ ਦੀ ਲੇਖਕ ਹੈ, ਕੋਈ ਇੰਪੇਅਰਡ ਨਹੀਂ ਹੈਗੀ, ਕੋਈ ਸਿੱਖ ਨਹੀਂ ਲਿਖ ਰਿਹਾ, ਬਾਹਰ ਦੇ ਆਣ ਕੇ ਲਿਖ ਰਹੀ ਹੈ ਕਿ ਇੱਕ ਕਾਲਾ ਗੰਦਾ ਦੌਰ ਸੀ। ਇਹਦੇ ਪਿੱਛੇ ਕੋਈ ਨਿੱਜੀ ਲਾਗਡਾਟ ਨਹੀਂ ਸੀ, ਕਿਉਂਕਿ ਜੈਨੋਸਾਈਡ ਜਦੋਂ ਵੀ ਹੁੰਦਾ ਏ ਉਹ ਕਿਸੇ ਨਿੱਜੀ ਲਾਗਡਾਟ ਨੂੰ ਕੱਢਣ ਲਈ ਨਹੀਂ ਹੁੰਦਾ, ਉਹ ਕਿਸੇ ਨਸਲ ਨੂੰ ਖਤਮ ਕਰਨ ਲਈ ਹੁੰਦਾ ਆ। ਜੇ ਕੋਈ ਕਿਸੇ ਨੂੰ ਜੈਨੋਸਾਈਡ ਦੇ ਵਿੱਚ ਮਾਰਦਾ ਪਿਆ ਹੈ ਘੱਲੂਘਾਰੇ ਦੇ ਵਿੱਚ, ਨਸਲਕੁਸ਼ੀ ਦੇ ਵਿੱਚ, ਤੇ ਉਹਦੀ ਕਿਸੇ ਇਨਸਾਨ ਦੇ ਨਾਲ ਕੋਈ ਸਿੱਧੀ ਲਾਗਡਾਟ ਨਹੀਂ ਹੁੰਦੀ। ਲੇਕਿਨ ਚੜ ਸਿੰਘ ਜੀ, ਜੇਕਰ 38 ਸਾਲਾਂ ਵਰਿਆਂ ਦੀ ਗੱਲ ਕੀਤੀ ਜਾਵੇ, ਜਿਹੜੇ ਮੇਨ ਦੋਸ਼ੀ ਸੀ ਹਜੇ ਵੀ ਬਾਹਰ ਨੇ, ਕੀ ਲੱਗਦਾ ਨਹੀਂ ਹੈ ਕਿ ਉਹਨਾਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਸੀ? ਕਿ ਬੇਗੁਨਾਹ ਜਿਹੜੇ ਸਾਡੇ ਵੀਰ ਨੇ ਉਹ ਜੇਲ੍ਹਾਂ 'ਚ ਬੰਦ ਨੇ, ਲੇਕਿਨ ਉਹਨਾਂ ਨੂੰ ਹਜੇ ਤੱਕ ਸਜ਼ਾ ਨਹੀਂ ਮਿਲ ਪਈ ਆ। ਕਿਸ ਚੀਜ਼ ਦਾ ਫੇਲਿਅਰ ਸਮਝਦੇ ਹੋ ਤੁਸੀਂ ਇਸ ਨੂੰ ਲੈ ਕੇ? ਇਹ ਇੰਡੀਅਨ ਲਾਅ ਦਾ ਫੇਲੀਅਰ ਆ, ਇੰਡੀਅਨ ਸਟੇਟ ਦਾ ਫੇਲੀਅਰ ਆ, ਇੰਡੀਅਨ ਗਵਰਨਮੈਂਟ ਦਾ ਫੇਲੀਅਰ ਆ, ਐਜ਼ ਔਨ ਪਾਰਟ ਆਫ ਇੰਡੀਆ ਇਹ ਬਹੁਤ ਵੱਡਾ ਇੱਕ ਫੇਲੀਅਰ ਆ। ਜੇ ਆਪਾਂ ਅੱਜ ਇੰਡੀਆ ਆਪਣੇ ਸਕਸੈਸ ਨੂੰ ਮਨਾਉਂਦਾ ਹੈ ਤਾਂ ਇੱਕ ਫੇਲੀਅਰ ਜਿਹੜਾ ਧੱਬਾ ਕਾਲਾ ਦੌਰ ਦਾ ਇਹਦੇ ਮੱਥੇ ਤੇ ਮੜ ਚੁੱਕੇ ਆ। ਇਹ ਆਪਣੇ ਮੱਥੇ ਤੇ ਆਪ ਮੜਿਆ, ਇੰਦਰਾ ਗਾਂਧੀ ਨੇ ਤੇ ਇੰਡੀਅਨ ਸਟੇਟ ਨੇ, RSS ਨੇ ਮੜਿਆ ਹੈ, ਬਾਹਰਲੀਆਂ ਤਾਕਤਾਂ ਨੇ ਨਾਲ ਜ਼ੋਰ ਲਾ ਕੇ ਇਹਨਾਂ ਦੇ ਮੱਥੇ ਉੱਤੇ ਮੜਿਆ ਏ। ਤੇ 84 ਦਾ ਦੌਰ ਜਿਹੜਾ ਕਾਲਾ, ਇਹ ਪੈਟ ਟੂਮੀ ਜਿਹੜੇ ਬਾਹਰ ਦੇ ਸੈਨੇਟਰ ਨੇ ਅਮਰੀਕਾ ਦੇ, ਉਹ ਵੀ ਇਹ ਗੱਲ ਕਹਿੰਦੇ ਨੇ ਕਿ ਕਾਲਾ ਘਿਨਾਉਣਾ ਗੰਦਾ ਦੌਰ ਸੀ। ਤੇ ਤੁਸੀਂ ਵੇਖੋ ਕਿ ਇਸ ਮੁਲਕ ਦੇ ਵਿੱਚ ਦੋ ਜਿਹੜੇ ਨੇ ਕਾਨੂੰਨ ਨੇ, ਇੱਕ ਸਿੱਖਾਂ ਲਈ, ਇੱਕ ਗੈਰ ਸਿੱਖਾਂ ਦੇ ਲਈ। ਜਿਹੜਾ ਸਿੱਖਾਂ ਦਾ ਕਾਨੂੰਨ ਹੈ ਬਹੁਤ ਸਖਤ ਹੈ, ਜਿਹਦੇ ਵਿੱਚ ਬੇਗੁਨਾਹਾਂ ਨੂੰ ਵੀ ਮਾਰਿਆ ਜਾਣਾ ਜਿਹੜਾ ਜਸਟੀਫਾਈਡ ਕੀਤਾ ਜਾਂਦਾ ਹੈ। ਤੁਸੀਂ ਹਿਸਾਬ ਲਾਓ ਅਸੀਂ ਕੀ ਉਮੀਦ ਰੱਖ ਸਕਦੇ ਹਾਂ ਇਨਸਾਫ ਦੀ, ਜੇ ਇਸ ਦੇਸ਼ ਦੇ ਵਿੱਚ ਜੈਨੋਸਾਈਡ ਨੂੰ ਲੈ ਕੇ ਕੋਈ ਕਾਨੂੰਨ ਹੀ ਹੈ ਨਹੀਂਗਾ। ਜਦੋਂ ਵੀ ਨਵੰਬਰ ਦਾ ਮਹੀਨਾ ਚੜ੍ਹਦਾ ਹੋਏਗਾ, ਤੁਹਾਡੇ ਵੀ ਪਰਿਵਾਰ ਦੇ ਵਿੱਚ ਉਹੀ ਸਮਾਂ ਯਾਦ ਆਉਂਦਾ ਹੋਏਗਾ। ਪਰਿਵਾਰ 'ਚ ਕਿਸ ਤਰ੍ਹਾਂ ਦੀਆਂ ਫਿਰ ਗੱਲਾਂ ਬਾਤਾਂ ਰਹਿੰਦੀਆਂ? ਤੁਸੀਂ ਨੌਜਵਾਨ ਹੋ, ਪਰਿਵਾਰ 'ਚ ਗੱਲਾਂ ਬਾਤਾਂ ਤਾਂ ਚੱਲਦੀਆਂ ਹੋਣਗੀਆਂ ਕਿ ਇਹ ਪਰਿਵਾਰ ਦੇ ਮੈਂਬਰ ਨੇ ਇਸ ਤਰ੍ਹਾਂ ਸ਼ਹੀਦੀ ਦਿੱਤੀ, ਜਿਹੜੇ ਸਾਡੇ ਸੰਤ ਨੇ ਉਹਨਾਂ ਨੇ ਇਸ ਤਰ੍ਹਾਂ ਸ਼ਹੀਦੀਆਂ ਦਿੱਤੀਆਂ। ਕੀ ਗੱਲਾਂ ਚੱਲਦੀਆਂ ਨੇ? ਕਿਉਂਕਿ ਹਮੇਸ਼ਾ ਹੀ ਜਿਹੜਾ ਜ਼ਖਮ ਹੁੰਦਾ ਉਹ ਤਾਂ ਅੱਲਾ ਹੁੰਦਾ ਹੀ ਹੈ ਜਦੋਂ ਵੀ ਸਮਾਂ ਆਉਂਦਾ ਹੈ। ਵੇਖੋ ਜੀ, ਜੂਨ 84 ਦੇ ਵਿੱਚ ਪਰਿਵਾਰ ਦੇ ਕਾਫੀ ਮੈਂਬਰ ਜਿਹੜੇ ਸ਼ਹੀਦ ਹੋਏ, ਸਤਿਕਾਰਯੋਗ ਪਿਤਾ ਜੀ ਭਾਈ ਮਨਜੀਤ ਸਿੰਘ ਜੀ ਤੇ ਹੋਰ ਜਿਹੜੇ ਸਿੰਘ ਜਿਹੜੇ ਰਹਿ ਗਏ, ਉਹ ਜੇਲ੍ਹਾਂ ਦੇ ਵਿੱਚ ਬੰਦ ਕਰ ਦਿੱਤੇ ਗਏ। ਇੰਟੈਰੋਗੇਸ਼ਨਾਂ ਝੱਲੀਆਂ, ਰਾਤ ਨੂੰ ਉਹਨਾਂ ਨੂੰ ਸੌਣ ਨਹੀਂ ਸੀ ਦਿੰਦੇ, ਨਾ ਖਾਣ ਨੂੰ ਕੁਛ ਦੇਣਾ, ਤੇ ਠੰਡਿਆਂ ਪਾਣੀਆਂ ਦੇ ਵਿੱਚ ਉਹਨਾਂ ਨੂੰ ਦਰਿਆਵਾਂ ਦੇ ਵਿੱਚ ਸੁੱਟ ਦੇਣਾ। ਸੋ ਬਹੁਤ ਗੰਦੀਆਂ ਜਿਹੜੀਆਂ ਇੰਟੈਰੋਗੇਸ਼ਨਾਂ ਉਹਨਾਂ ਨੇ ਝੱਲੀਆਂ। ਸਾਰੇ ਜਿਹੜੇ ਸਿੰਘ ਜਿਹੜੇ ਭਾਵੇਂ ਹਰਮਿੰਦਰ ਸਿੰਘ ਸੰਧੂ ਹੋ ਗਏ ਜਾਂ ਹੋਰ ਜਿਹੜੇ ਸਿੰਘਾਂ ਨੂੰ ਉਹਨਾਂ ਨੇ ਫੜਿਆ ਸੀ। ਪਰ ਜਿੱਧਰ ਤੱਕ ਨਵੰਬਰ ਦਾ ਆ ਜਾਂਦਾ ਹੈ, ਤੇ ਨਵੰਬਰ ਦੇ ਐਸੇ ਕੁਝ ਪਰਿਵਾਰ ਨੇ ਦਿੱਲੀ ਦੇ ਜਿਨ੍ਹਾਂ ਨਾਲ ਅਸੀਂ ਸੰਪਰਕ ਦੇ ਵਿੱਚ ਰਹਿੰਦੇ ਹਾਂ, ਤੇ ਇੱਕ ਬਹੁਤ ਹੀ ਵਿਰਾਗ ਦੇ ਨਾਲ ਉਹ ਜਿਹੜੀ ਆਪਣੀ ਗਾਥਾ ਜਿਹੜੀ ਸੁਣਾਉਂਦੇ। ਉਹਨਾਂ ਨੇ ਆਪਣੀ ਅੱਖੀਂ ਆਪਣੇ ਜਿਹੜੇ ਕਿਸੇ ਨੇ ਆਪਣੇ ਭਰਾ ਨੂੰ ਟਾਇਰ ਦੇ ਵਿੱਚ ਲਿਪਟੇ, ਅੱਖ ਦੇ ਵਿੱਚ ਲਿਪਟੇ ਹੋਏ ਵੇਖਿਆ, ਕਿਸੇ ਨੇ ਕਿਸੇ ਆਪਣੀ ਭੈਣ ਨੂੰ ਉਹਦੀ ਬੇਪੱਤੀ ਹੁੰਦੀ ਵੇਖੀ ਹੈ। ਸੋ ਇੱਕ ਬਹੁਤ ਹੀ ਵਿਰਾਗ ਵਾਲਾ ਉਹ ਸਮਾਂ ਹੈ। ਮੈਂ ਵਾਪਸ ਇੱਕ ਕੌਨਸਟੀਟਿਊਸ਼ਨਲ ਗੱਲ ਦੇ ਉੱਤੇ ਆ ਜਾਵਾਂ ਕਿ ਇਸ ਦੇਸ਼ ਦੇ ਵਿੱਚ ਜੈਨੋਸਾਈਡ ਨਾਮ ਦਾ ਕੋਈ ਟਰਮ ਹੀ ਹੈ ਨਹੀਂਗਾ। ਇੱਧਰ ਤੱਕ ਕਿ ਜਿਹੜੀ ਜੈਨੋਸਾਈਡ ਕਨਵੈਨਸ਼ਨ ਹੋਈ UN ਦੇ ਵਿੱਚ, ਉੱਧਰ ਇੰਡੀਆ ਦੇ ਸਾਈਨ ਨੇ ਕਿ ਇਹ ਦੇਸ਼ ਜਿਨ੍ਹਾਂ ਦੇ ਸਾਈਨ ਹੋਏ ਹੋਏ ਨੇ, ਦਸਤਖਤ ਹੋਏ ਨੇ, ਇਹ ਜੈਨੋਸਾਈਡ ਨਾ ਤਾਂ ਕਰ ਸਕਦੇ ਆ, ਤੇ ਜੇ ਹੁੰਦਾ ਏ ਤੇ ਦੋਸ਼ੀਆਂ ਨੂੰ ਜਿਹੜੀ ਬਣਦੀ ਸਜ਼ਾ ਮਿਲਣੀ ਚਾਹੀਦੀ ਹੈ। ਸੋ ਮੈਂ ਅੱਜ ਭਾਰਤ ਸਰਕਾਰ ਕੋਲੋਂ ਪੁੱਛਣਾ ਚਾਹੁੰਦਾ ਹੈ ਕਿ ਤੁਸੀਂ ਸਿੱਖਾਂ ਨਾਲ ਵੀ ਬੇਈਮਾਨ ਹੋ ਤੇ UN ਨਾਲ ਵੀ ਬੇਈਮਾਨ ਹੋ, ਤੁਸੀਂ ਤਾਂ ਆਪਣੇ ਆਪ ਨਾਲ ਬੇਈਮਾਨ ਹੋ। ਲੇਕਿਨ ਜਿਹੜੀ ਮੈਂ ਗੱਲ ਪੂਰੀ ਹੋ ਲੈਣ ਦਿਓ ਮੇਰੀ, ਕਿ ਜਿਹੜੇ ਕੈਟ ਰਹੇ ਨੇ, ਜਿਹੜੇ ਬਲਾਤਕਾਰੀ, ਅੱਜ ਹੁਣ ਇੱਕ ਬਾਬਾ ਵੀ ਬਾਹਰ ਤੁਰਿਆ ਫਿਰਦਾ ਹੈ, ਜਿਹੜੇ ਐਵੇਂ ਦੇ ਲੋਕ ਨੇ ਉਹ ਬਾਹਰ ਆਜ਼ਾਦ ਘੁੰਮ ਰਹੇ ਨੇ। ਪਰ ਸਿੱਖ ਜਿਹੜੇ ਬੰਦੀ ਨੇ ਉਹਨਾਂ ਨੇ ਆਪਣੀਆਂ ਸਜ਼ਾਵਾਂ ਆਪਣੀ ਕੈਦ ਨਾਲੋਂ ਦੁੱਗਣੀਆਂ ਜਿਹੜੀਆਂ ਹੰਢਾਲੀਆਂ ਨੇ, ਅੱਜ ਤੱਕ ਉਹਨਾਂ ਨੂੰ ਜਿਹੜਾ ਇਨਸਾਫ ਨਹੀਂ ਮਿਲ ਰਿਹਾ। ਸੋ ਇਸ ਕਰਕੇ ਦਾਸ ਕਹਿ ਰਿਹਾ ਏ ਕਿ ਇਸ ਦੇਸ਼ ਦੇ ਵਿੱਚ ਦੋ ਕਾਨੂੰਨ ਨੇ, ਉਹ ਭਾਵੇਂ ਗੁਰੂ ਮਹਾਰਾਜ ਦੀ ਬੇਅਦਬੀ ਦਾ ਮਾਮਲਾ ਹੋ ਜਾਵੇ, ਸਿੱਖਾਂ ਨੂੰ ਉੱਧਰ ਵੀ ਸਰਕਾਰ ਦੀ ਕਚਹਿਰੀ ਦੇ ਵਿੱਚ, ਹਿੰਦੁਸਤਾਨ ਦੀ ਕਚਹਿਰੀ ਦੇ ਵਿੱਚ ਲਾਅ ਐਂਡ ਆਰਡਰ ਕੋਈ ਇਨਸਾਫ ਨਹੀਂ। ਤੇ ਜਿੱਥੇ ਤੱਕ ਗੱਲ ਆ ਜਾਵੇ ਪੰਜਾਬ ਦੇ ਮਸਲਿਆਂ ਦੀ, ਪੰਜਾਬ ਦੇ ਪਾਣੀਆਂ ਦੀ, ਪੰਜਾਬੀ ਬੋਲਦੇ ਇਲਾਕਿਆਂ ਦੀ, ਸਾਡੇ ਸਾਰੇ ਹੱਕਾਂ ਦੀ, ਸਾਡੀ ਮਾਂ ਬੋਲੀ ਪੰਜਾਬੀ ਨੂੰ ਲਾਗੂ ਕਰਾਉਣ ਦੀ ਗੱਲ ਆ ਜਾਵੇ,
ਉਧਰ ਸਰਕਾਰ ਦੇ ਜਿਹੜੇ ਆ ਕੋਰਟਾਂ ਕਚਹਿਰੀਆਂ ਦੇ ਕਾਨੂੰਨ ਦੇ ਦਰਵਾਜ਼ੇ ਸਾਡੇ ਲਈ ਬੰਦ ਨੇ। ਪਰ ਜੇ ਕੋਈ ਬਹੁ ਗਿਣਤੀ ਦਾ ਜਾ ਕੇ ਤੇ ਅਪੀਲ ਕਰੇ ਤੇ ਉਹਦੀ ਝੱਟ ਜਿਹੜੀ ਆ ਮੰਨੀ ਜਾਂਦੀ ਹੈ। ਉਹਨਾਂ ਦੇ ਬੰਦੀ ਸਿੰਘ ਵੀ ਜਿਹੜੇ ਨੇ, ਉਹ ਮਾਫ ਕਰਿਓ, ਬੰਦੀ ਜਿਹੜੇ ਉਹਨਾਂ ਦੇ ਕੈਦੀ ਹੁੰਦੇ ਨੇ, ਭਾਵੇਂ ਉਹਨੇ 100 ਕਤਲ ਕੀਤੇ ਹੁਣ, ਰੇਪ ਕੀਤੇ ਹੁਣ, ਉਹ ਆਜ਼ਾਦ ਹੋ ਜਾਂਦੇ ਨੇ। ਲੇਕਿਨ ਜੋ ਹਾਲਾਤ ਇਸ ਵੇਲੇ ਸੋਸ਼ਲ ਮੀਡੀਆ ਤੇ ਨਜ਼ਰ ਆ ਰਹੇ ਨੇ, ਹੁਣ ਵੀ ਕਿਹਾ ਜਾ ਰਿਹਾ ਕਿ 84 ਵਾਲਾ ਦੌਰ ਨਾ ਕਿਤੇ ਸਾਹਮਣੇ ਆ ਜਾਏ। ਜਿਸ ਤਰ੍ਹਾਂ ਦੋ ਕਮਿਊਨਿਟੀ ਆਮਣੇ ਸਾਹਮਣੇ ਨਜ਼ਰ ਆ ਰਹੀਆਂ ਨੇ, ਇੱਕ ਰਿਐਕਸ਼ਨ ਹੁੰਦਾ, ਉਹਦਾ ਓਵਰ ਰਿਐਕਸ਼ਨ ਆਉਂਦਾ, ਉਹਦਾ ਓਵਰ ਰਿਐਕਸ਼ਨ ਆਉਂਦਾ, ਫਿਰ ਰਿਐਕਸ਼ਨ ਆਉਂਦਾ। ਕੀ ਲੱਗਦਾ ਹੈ ਕਿ ਸਾਨੂੰ ਸੋਚ ਸਮਝ ਕੇ ਪੈਰ ਰੱਖਣਾ ਚਾਹੀਦਾ, ਕਿਉਂਕਿ 84 ਦਾ ਦੌਰ ਹਜੇ ਤੱਕ ਨਹੀਂ ਭੁੱਲ ਪਾਏ, ਨਵੰਬਰ ਦਾ ਦੌਰ ਅਸੀਂ ਹਜੇ ਤੱਕ ਨਹੀਂ ਭੁੱਲ ਪਾਏ। ਲੱਗਦਾ ਨਹੀਂ ਸੋਚ ਸਮਝ ਕੇ ਸਾਰਾ ਕੁਝ ਬਿਆਨਬਾਜ਼ੀਆਂ ਹੋਣੀਆਂ ਚਾਹੀਦੀਆਂ? ਵੇਖੋ ਜੀ, ਜੋ ਇਹ ਕੌਮਾਂ ਦੇ ਵਿੱਚ ਫ੍ਰਿਕਸ਼ਨ ਪੈਦਾ ਹੁੰਦੀ ਆ ਨਾ, ਇਹ ਹਮੇਸ਼ਾ ਸਰਕਾਰ ਕਰਾਉਂਦੀ ਆ। ਕਿਉਂਕਿ 84 ਦੇ ਵਿੱਚ ਵੀ ਇੱਕ ਨੈਰੇਟਿਵ ਜਨਰੇਟ ਕੀਤਾ ਗਿਆ ਸੀਗਾ ਕਿ ਸੰਤ ਜਰਨੈਲ ਸਿੰਘ ਇਜ਼ ਅ ਟੈਰਰਿਸਟ, ਕਿ ਭਾਈ ਅਮਰੀਕ ਸਿੰਘ ਵੀ ਟੈਰਰਿਸਟ ਹੈ, ਸੰਤ ਜਰਨੈਲ ਸਿੰਘ, ਜਿੰਨੇ ਸਿੰਘ ਨੇ ਉਹ ਸਾਰੇ ਟੈਰਰਿਸਟ ਨੇ, ਸੈਪਰੇਟਿਸਟ ਮੂਵਮੈਂਟ ਜਿਹੜੀ ਚਲਾ ਰਹੇ ਆ। ਹਾਲੇ ਕਿ ਉਹ ਆਪਣੇ ਹੱਕਾਂ ਦੀ ਗੱਲ ਕਰ ਰਹੇ ਸੀ। ਆਨੰਦਪੁਰ ਦੇ ਮਤੇ ਦੀ ਜਦੋਂ ਆਪਾਂ ਪੜ੍ਹਦੇ ਹਾਂ ਤਾਂ ਉਹਦੀ ਗੱਲ ਕਰ ਰਹੇ ਸੀਗੇ। ਸੋ ਇਸ ਕਰਕੇ ਇੱਕ ਨੈਰੇਟਿਵ ਜਨਰੇਟ ਕਰ ਦਿੱਤਾ ਜਾਂਦਾ ਏ। ਉਦੋਂ ਹਿੰਦੂ ਭਾਈਚਾਰੇ ਨਾਲ ਇੱਕ ਗਲਤ ਨੈਰੇਟਿਵ ਜਨਰੇਟ ਕਰ ਦਿੱਤਾ ਗਿਆ। ਹਾਲੇ ਕਿ ਸੁਬਰਾਮਨਿਅਮ ਸਵਾਮੀ ਇਸ ਚੀਜ਼ ਦੀ ਗਵਾਹੀ ਭਰਦੇ ਨੇ ਕਿ ਸੰਤਾਂ ਦਾ ਮਨ ਜਿਹੜਾ ਹੈ ਇੱਕਦਮ ਸਾਫ਼ ਸੀ, ਕਿਸੇ ਵੀ ਧਰਮ ਦੇ ਨਾਲ ਉਹਨਾਂ ਦਾ ਕੋਈ ਵਿਰੋਧ, ਕੋਈ ਵਿਤਕਰਾ ਨਹੀਂ ਸੀ। ਹਾਂ, ਜੇ ਕੋਈ ਸਿਰ ਚੜ੍ਹ ਕੇ ਆਉਂਦਾ ਸੀਗਾ ਤੇ ਉਹਨੂੰ ਜਵਾਬ ਜ਼ਰੂਰ ਦਿੰਦੇ ਸਨ, ਪਰ ਹਰ ਇੱਕ ਨੂੰ ਜਿਹੜਾ ਹੈ ਗਲ ਦੇ ਨਾਲ ਲਗਾਉਂਦੇ ਸਨ। ਇਸੇ ਤਰ੍ਹਾਂ ਹੁਣ ਸਾਡੇ ਜਿਹੜੇ ਆ ਹੋਰ ਭਾਈਚਾਰਿਆਂ ਦੇ ਨਾਲ ਸਾਡੀ ਜਿਹੜੀ ਆ ਉਹ ਲਗਵਾਈ ਜਾ ਰਹੀ ਹੈ, ਸਾਡੀ ਲਾਗ ਡਾਟ ਜਿਹੜੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇੱਕ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਰੇ ਪੰਜਾਬੀਆਂ ਨੂੰ ਇਹ ਚਾਹੀਦਾ ਹੈ ਕਿ ਇਤਿਹਾਸ ਤੋਂ ਆਪਾਂ ਸੇਧ ਲਈਏ ਕਿ ਸਰਕਾਰਾਂ ਦੀਆਂ ਚਾਲਾਂ ਹੁੰਦੀਆਂ ਜਿਹਦੇ 'ਚ ਅਸੀਂ ਫਸਦੇ ਹਾਂ। ਸਰਕਾਰਾਂ ਦਾ ਕੁਛ ਨਹੀਂ ਜਾਂਦਾ, ਇੱਕ ਧਰਮ ਦੇ ਦੂਸਰੇ ਧਰਮ ਨੂੰ ਮਾੜਾ ਆਖਦੇ ਆ, ਕਈ ਵਾਰ ਕਤਲੇਆਮ ਵੀ ਹੋ ਜਾਂਦੇ ਆ। ਸੋ ਇਸ ਕਰਕੇ ਇਸ ਚੀਜ਼ ਤੋਂ ਸਾਨੂੰ ਕੋਈ ਬੈਨੀਫਿਟ ਨਹੀਂ ਹੋਣਾ, ਇਸ ਚੀਜ਼ ਤੋਂ ਸਰਕਾਰ ਨੂੰ ਬੈਨੀਫਿਟ ਹੋਣਾ ਹੈ। ਜਾਂ ਵੋਟਾਂ ਦੀ ਰਾਜਨੀਤੀ ਕਰ ਲੈਣਗੇ, ਜਾਂ ਕਿਸੇ ਕਮਿਊਨਿਟੀ ਨੂੰ ਹੋਰ ਡਿਫੇਮ ਕਰ ਦੇਣਗੇ ਵਰਲਡ ਲੈਵਲ ਦੇ ਉੱਤੇ। ਪਰ ਮੈਂ ਸਮਝਦਾ ਹਾਂ ਕਿ ਸਿੱਖਾਂ ਦੀਆਂ ਜੋ ਕੁਰਬਾਨੀਆਂ ਹੋ ਚੁੱਕੀਆਂ ਨੇ, ਉਹਦਾ ਇੱਕ ਜੋ ਇੱਕ ਕਾਲਾ ਦੌਰ ਹੋ ਕੇ ਗਿਆ ਹੈ, ਉਹ ਸਰਕਾਰ ਦੀ, ਹਿੰਦੁਸਤਾਨ ਦੀ ਸਰਕਾਰ ਦੀ ਜਿਹੜੀ ਕਰਤੂਤ ਆ ਦੁਨੀਆ ਦੇ ਅੱਜ ਸਾਹਮਣੇ ਆ। ਤੇ ਇੱਕ ਐਸਾ ਨੈਰੇਟਿਵ ਉਹ ਜਨਰੇਟ ਵੈਸੇ ਕਰਨ ਦੀ ਕੋਸ਼ਿਸ਼ ਨਾ ਹੀ ਕਰਨ, ਤੇ ਨਾ ਹੀ ਸਾਡਾ ਇੱਕ ਸਾਡਾ ਫਰਜ਼ ਬਣਦਾ, ਨਾ ਹੀ ਅਸੀਂ ਉਹਨਾਂ ਨੂੰ ਕਰਨ ਦਈਏ। ਲੇਕਿਨ ਜਿਸ ਤਰ੍ਹਾਂ ਅਜਨਾਲੇ ਵਿੱਚ ਇੱਕ ਘਟਨਾ ਵੇਖਣ ਨੂੰ ਮਿਲੀ, ਉਸ ਤੋਂ ਬਾਅਦ ਨਿਹੰਗ ਸਿੰਘ ਜਥੇਬੰਦੀਆਂ ਉੱਥੇ ਪਹੁੰਚਦੀਆਂ ਨੇ, ਕਹਿੰਦੇ ਕਿ ਦੇਖੋ ਸਾਡੇ ਨੌਜਵਾਨ ਦਾ ਦਾੜੇ ਜਿਹੜੇ ਨੇ ਉਹ ਪੁੱਟੇ ਗਏ ਨੇ, ਜਿਹੜੀਆਂ ਨੇ ਉਹਨਾਂ ਦੀਆਂ ਬੇਬੱਤੀਆਂ ਕੀਤੀਆਂ ਗਈਆਂ ਨੇ, ਨਾਲ ਬਹੁਤ ਸਾਰੇ ਉਹਨਾਂ ਦੇ ਖੂਨ ਵਾਲੇ ਜਿਹੜੇ ਸੀਗੇ ਟਰਬਨਸ ਦਿਖਾਈਆਂ ਗਈਆਂ ਨੇ। ਉਸ ਤੋਂ ਬਾਅਦ ਜਦੋਂ ਰਿਐਲਿਟੀ ਪਤਾ ਕੀਤੀ ਗਈ ਤੇ ਦੋ ਸਰਪੰਚਾਂ ਦੀ ਲੜਾਈ ਸੀਗੀ ਔਰ ਉਸ ਨੂੰ ਇੱਕ ਅਲੱਗ ਹੀ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਗਈ। ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਲੱਗਦਾ ਕਿ ਜਿਹੜਾ ਪੰਜਾਬ ਹੈ ਉਹਨੂੰ ਸਹੀ ਢੰਗ ਨਾਲ ਚੱਲਣ ਦਿੱਤਾ ਜਾਵੇ, ਫਿਰ ਦੁਬਾਰਾ ਤੋਂ ਉਹੀ ਕ੍ਰਿਸਚੀਅਨਸ ਵਰਸਸ ਸਿੱਖ ਕੌਮ ਜਿਹੜੀ ਹੁੰਦੀ ਹੋਈ ਨਜ਼ਰ ਆ ਰਹੀ ਸੀਗੀ, ਉਹਨੂੰ ਕਿਤੇ ਨਾ ਕਿਤੇ ਰੋਕਿਆ ਜਾਵੇ? ਮੈਂ ਵੇਖੋ, ਜਿੱਥੇ ਨਿੱਜੀ ਲੜਾਈ ਹੈ ਨਾ, ਜੋ ਕਿਸੇ ਦੀ ਨਿੱਜੀ ਲੜਾਈ ਉਹ ਆਪਣੇ ਨਿੱਜੀ ਪੱਧਰ ਤੇ ਲੜੇ, ਆਪਣੇ ਸੰਗੇ ਸਾਥੀਆਂ ਨੂੰ ਨਾਲ ਲੈ ਕੇ, ਭਾਵੇਂ ਉਹਨੇ ਲਾਅ ਐਂਡ ਆਰਡਰ ਤੋਂ ਕਰਨਾ ਹੈ, ਤੇ ਜੇ ਨਹੀਂ ਉਹ ਲਾਅ ਐਂਡ ਆਰਡਰ ਚਾਹੁੰਦਾ ਤੇ ਕਈਆਂ ਨੂੰ ਨਹੀਂ ਸਮਝਾਇਆ ਜਾ ਸਕਦਾ, ਉਹ ਜਿਵੇਂ ਮਰਜ਼ੀ ਜਿਹੜਾ ਉਹ ਲੜ ਲਵੇ। ਪਰ ਧਰਮਾਂ ਨੂੰ ਇਸ ਚੀਜ਼ ਦੇ ਵਿੱਚ ਲੈ ਕੇ ਆਉਣਾ, ਮੈਂ ਸਮਝਦਾ ਹਾਂ ਕਿ ਇੱਕ ਬਲਦੀ ਦੇ ਬੁੱਥੇ ਦੇਣ ਦੀ ਗੱਲ ਹੈ ਪੰਜਾਬ ਨੂੰ। ਸੋ ਇਹ ਜਿਹੜੀ ਆ ਬਿਲਕੁਲ ਨਹੀਂ ਹੋਣੀ ਚਾਹੀਦੀ। ਦੂਜੀ ਗੱਲ, ਜਿੱਧਰ ਤੱਕ ਕਿ ਬਾਕੀ ਧਰਮਾਂ ਦੇ ਨਾਲ ਸਾਡਾ ਸਾਂਝ ਪਿਆਰ ਜਿਹੜਾ ਹੈ, ਹੁਣ ਸਿੱਖ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਕਿੰਨੇ ਨੇ, ਕੋਈ MP ਹੈ, ਕੋਈ MLA ਹੈ। ਹੁਣ ਜਗਮੀਤ ਸਿੰਘ ਨੇ, ਸਰਦਾਰ ਜਗਮੀਤ ਸਿੰਘ ਪ੍ਰਾਈਮ ਮਿਨਿਸਟਰ ਦੀ ਇਲੈਕਸ਼ਨ ਲੜਦੇ ਨੇ ਕੈਨੇਡਾ ਦੇ ਵਿੱਚ। ਅਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਬਾਹਰ ਆਪਰੇਟ ਕਰਦੇ ਪਏ, ਬਹੁਤ ਉੱਚੀਆਂ ਅਹੁਦਿਆਂ 'ਤੇ ਵੀ ਹੈ। ਤੇ ਨਾਲੇ ਜਿਹੜਾ ਕਿਸਾਨੀ ਸੰਘਰਸ਼ ਲੜਿਆ, ਬਾਹਰ ਦੇ ਸਿੱਖਾਂ ਨੇ ਜਿਹੜਾ ਸਪੋਰਟ ਕਰਕੇ, ਤੇ ਬਰਾਬਰ ਦਾ ਉਹਨਾਂ ਦਾ ਸਪੋਰਟ ਜਿਹੜੀ ਬਣਦੀ ਆ। ਸੋ ਇਸ ਕਰਕੇ ਬਾਹਰ ਜੇ ਸਾਡਾ ਬਾਕੀ ਕਮਿਊਨਿਟੀ ਨਾਲ ਪਿਆਰ ਬਣਿਆ ਹੋਇਆ ਤੇ ਇੱਧਰ ਵੀ ਬਣ ਸਕਦਾ। ਇਹ ਕੁਝ ਸ਼ਰਾਰਤੀ ਅਨਸਰ ਹੁੰਦੇ ਨੇ ਜਿਹੜੇ ਧਰਮ ਨੂੰ ਵਿੱਚ ਲਿਆ ਕੇ ਤੇ ਆਪਣਾ ਜਿਹੜਾ ਹੈ ਉਹ ਫਾਇਦਾ ਕਰਾਉਣਾ ਚਾਹੁੰਦੇ ਹੁੰਦੇ ਨੇ, ਕੌਮਾਂ ਦਾ ਨੁਕਸਾਨ ਕਰਾਉਣਾ ਚਾਹੁੰਦੇ ਹੁੰਦੇ ਨੇ। ਸੋ ਇਸ ਕਰਕੇ ਇਸ ਚੀਜ਼ ਤੋਂ ਸਾਨੂੰ ਵੀ ਸੁਚੇਤ ਰਹਿਣਾ ਚਾਹੀਦਾ ਹੈ, ਗੱਲ ਦੀ ਡੂੰਘਾਈ ਤੱਕ ਜਾਣਾ ਚਾਹੀਦਾ ਹੈ, ਤੇ ਜਿਹੜੀ ਗੱਲ ਗਲਤ ਹੈ ਉਹਨੂੰ ਗਲਤ ਆਖਣਾ ਚਾਹੀਦਾ। ਲੇਕਿਨ ਹਜੇ ਤੱਕ ਨਵੰਬਰ ਦੇ ਜਿੰਨੇ ਵੀ ਸਾਡੇ ਦਿੱਲੀ ਦੇ ਨੌਜਵਾਨ ਸੀਗੇ, ਜੇ ਪਰਿਵਾਰ ਸੀਗੇ, ਉਹਨਾਂ ਨੂੰ ਅੰਮ੍ਰਿਤਸਰ ਲਿਆ ਕੇ ਰਖਾਇਆ ਗਿਆ ਸੀਗਾ ਤਰਨਤਾਰਨ ਰੋਡ ਤੇ, ਲੇਕਿਨ ਉਹਨਾਂ ਦੇ ਹਾਲਾਤ ਜਾਣੇ ਜਾਣ ਤੇ ਬਹੁਤ ਬੁਰੇ ਹਾਲਾਤ ਨੇ। ਤੁਹਾਨੂੰ ਲੱਗਦਾ ਕਿ ਉਹਨਾਂ ਦੀ ਵੀ ਸਾਰ ਲੈਣੀ ਚਾਹੀਦੀ ਹੈ? ਨਵੰਬਰ ਦੇ ਮਹੀਨੇ 'ਚ ਆ ਕੇ ਸਾਰੇ ਲੋਕ ਇਹ ਜ਼ਰੂਰ ਕਹਿੰਦੇ ਅਸੀਂ ਨਾਲ ਆ, ਨਸਲਕੁਸ਼ੀ ਜਿਹੜੀ ਹੋਈ ਆ ਬਹੁਤ ਗਲਤ ਹੋਈ ਸੀਗੀ, ਲੇਕਿਨ ਉਹਨਾਂ ਦਾ ਪਰਿਵਾਰਾਂ ਦਾ ਹਾਲ ਚਾਲ ਕੋਈ ਨਹੀਂ ਪਹੁੰਚਦਾ ਜੀ। ਕੀ ਲੱਗਦਾ ਕਿ ਉਹਨਾਂ ਦੇ ਹਾਲ ਚਾਲ ਜ਼ਰੂਰ ਪੁੱਛਣੇ ਚਾਹੀਦੇ? ਮੈਂ ਬੇਨਤੀ ਕਰਨਾ ਚਾਹੁੰਦਾ, ਭਾਵੇਂ ਜਿਹੜੇ ਜੂਨ ਦੇ ਸ਼ਹੀਦ ਨੇ, ਭਾਵੇਂ ਸਾਡੇ ਧਰਮੀ ਫੌਜੀ ਨੇ, ਭਾਵੇਂ ਜਿਹੜੇ ਜੇਲ੍ਹਾਂ ਵਾਲੇ ਪਰਿਵਾਰ ਨੇ, ਸ਼ਹੀਦੀਆਂ ਵਾਲੇ ਪਰਿਵਾਰ ਨੇ, ਸੰਘਰਸ਼ ਵਾਲੇ ਪਰਿਵਾਰ ਨੇ, ਭਾਵੇਂ ਨਵੰਬਰ ਦੇ ਨੇ, ਉਹਨਾਂ ਸਾਰਿਆਂ ਦੀ ਸਾਰ ਲੈਣੀ ਚਾਹੀਦੀ ਆ। ਜੇ ਸਿੱਖ ਦੀ ਬਾਂਹ ਨਹੀਂ ਫੜੂਗਾ ਤੇ ਹੋਰ ਕੌਣ ਫੜੂਗਾ? ਸੋ ਇਸ ਕਰਕੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ, ਜਿੰਨਾ ਕੁ ਆਪਾਂ ਸਹਿੰਦੇ ਇਹਨਾਂ ਸਾਰਿਆਂ ਪਰਿਵਾਰਾਂ ਦੀ ਸਾਨੂੰ ਮਦਦ ਕਰਨੀ ਚਾਹੀਦੀ। ਤੁਸੀਂ ਜਾਓਗੇ? ਬਿਲਕੁਲ ਜਾਵਾਂਗੇ ਜੀ। ਅਸੀਂ ਵੇਖੋ ਹੁਣ ਜਦੋਂ ਪਿੰਡਾਂ 'ਚ ਜਾਂਦੇ ਆ, ਤੇ ਜਦੋਂ ਅਸੀਂ ਸਕੂਲਾਂ ਦੇ ਵਿੱਚ ਵੀ ਵਿਚਰਦੇ ਆ, ਕਈ ਸਾਨੂੰ ਬੱਚੇ ਉਹਨਾਂ ਪਰਿਵਾਰਾਂ ਦੇ ਮਿਲਦੇ ਆ, ਅਸੀਂ ਫਿਰ ਪਰਿਵਾਰਾਂ ਨੂੰ ਵੀ ਮਿਲਦੇ ਆ। ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ, ਜਿਉਂ-ਜਿਉਂ ਸਾਡੀ ਟੀਮ ਜਿਹੜੀ ਹੈ ਵੱਧਦੀ ਜਾ ਰਹੀ ਹੈ, ਅਸੀਂ ਵੱਧ ਤੋਂ ਵੱਧ ਅਪਰੋਚ ਕਰ ਰਹੇ ਹਾਂ ਉਹਨਾਂ ਪਰਿਵਾਰਾਂ ਨੂੰ ਜਿਹੜੇ ਸੰਘਰਸ਼ ਦੇ ਵਿੱਚ ਰਹਿ ਚੁੱਕੇ ਨੇ, ਕਿਉਂਕਿ ਸੰਘਰਸ਼ ਦੇ ਵਿੱਚੋਂ ਸਾਡਾ ਵੀ ਪਰਿਵਾਰ ਨਿਕਲਿਆ ਹੈ।
ਸੋ ਜੇ ਸੰਘਰਸ਼ ਵਾਲੇ ਪਰਿਵਾਰਾਂ ਦੀ ਗੱਲ ਨਾ ਕਰਨਗੇ ਤੇ ਫਿਰ ਇੱਕ ਜਿਹੜੀ ਆ ਇੱਕ ਬੈਡ ਮੈਸੇਜ ਜਾਂਦਾ ਹੈ। ਹਾਲੇ ਕਿ ਜਿਹੜੇ ਪਰਿਵਾਰ ਸੰਘਰਸ਼ ਤੋਂ ਰਹਿ ਗਏ ਨੇ ਉਹਨਾਂ ਨੂੰ ਵੀ ਉਹਨਾਂ ਪਰਿਵਾਰਾਂ ਦੀ ਜਿਹੜੀ ਸਾਰ ਲੈਣੀ ਚਾਹੀਦੀ ਆ, ਕਿਉਂਕਿ ਕੁਰਬਾਨੀ ਕਰਨੀ ਕੋਈ ਨਿੱਕੀ ਗੱਲ ਨਹੀਂ ਹੁੰਦੀ। ਲੇਕਿਨ ਚੜ੍ਹ ਸਿੰਘ ਜੀ, ਲੱਗਦਾ ਨਹੀਂ ਆ ਕਿ ਜਿਹੜਾ ਜਿਵੇਂ ਦਿੱਲੀ ਅੰਦੋਲਨ ਚੱਲਿਆ ਕਿਸਾਨੀ ਨੂੰ ਧੌਣ ਤੇ ਗੋਡਾ ਰੱਖ ਕੇ ਤੇ ਤਿੰਨੇ ਖੇਤੀ ਕਾਨੂੰਨ ਵਾਪਸ ਕਰਵਾਏ, 38 ਸਾਲ ਦਾ ਸਮਾਂ ਹੋ ਚੁੱਕਾ, ਸਾਡੇ ਬੰਦੀ ਸਿੰਘ ਹਜੇ ਤੱਕ ਬਾਹਰ ਨਹੀਂ ਆ ਸਕੇ, ਬੜੇ ਇਸ਼ੂਜ਼ ਨੇ ਜਿਹੜੇ ਪੂਰੇ ਨਹੀਂ ਹੋ ਪਾਏ। ਲੱਗਦਾ ਨਹੀਂ ਕਰੀ ਕੂਚ ਕਰਨਾ ਚਾਹੀਦਾ ਉੱਥੇ ਜਾ ਕੇ ਕਰੀ ਫਿਰ ਜਿਹੜੀ ਆ ਸੈਂਟਰ ਦੀ ਧੌਣ ਤੇ ਗੋਡਾ ਰੱਖ ਕੇ ਤੇ ਉਹ ਜਿਹੜੇ ਬੰਦੀ ਸਿੰਘ ਆ ਉਹ ਰਿਹਾ ਕਰਵਾਏ। ਬੇਨਤੀ ਕਰਨਾ ਚਾਹੁੰਦਾ, ਜਦੋਂ ਵੀ ਸਿੱਖ ਆਪਣੇ ਹੱਕਾਂ ਦੀ ਗੱਲ ਕਰਦੇ ਨੇ ਜਾਂ ਪੰਜਾਬ ਆਪਣੇ ਹੱਕਾਂ ਦੀ ਗੱਲ ਕਰਦਾ, ਜੇ ਪਿਛਲੇ ਆਪਾਂ ਮੰਗਾਂ ਵੇਖ ਲਈਏ, ਸਾਡੇ ਜੋ ਹੱਕ ਬਣਦੇ ਉਹ ਮੰਗਾਂ ਨਹੀਂ ਗਏ, ਉਹ ਐਕਚੁਅਲੀ ਸਾਡੇ ਹੱਕ ਨੇ ਜੋ ਨਹਿਰੂ ਗਾਂਧੀ ਨੇ ਸਾਨੂੰ ਜਿਹੜੇ ਆ ਵਾਅਦੇ ਦੇ ਰੂਪ ਦੇ ਵਿੱਚ ਕਹੇ ਸੀਗੇ ਕਿ ਉੱਤਰੀ ਭਾਰਤ ਦੇ ਵਿੱਚ ਪੰਜਾਬ ਨੂੰ ਸਿੱਖਾਂ ਨੂੰ ਇੱਕ ਆਜ਼ਾਦ ਖਿੱਤਾ ਮਿਲੂਗਾ ਜਿੱਧਰ ਸਿੱਖ ਆਪਣੀ ਆਜ਼ਾਦੀ ਦਾ ਨਿੱਘ ਮੰਨਣਗੇ। ਜਦੋਂ ਨਹੀਂ ਦਿੱਤਾ ਤਾਂ ਸਿੱਖਾਂ ਨੇ ਸੰਘਰਸ਼ ਜਿਹੜਾ ਸ਼ੁਰੂ ਕਰ ਦਿੱਤਾ। ਤੇ ਜਿੱਧਰ ਤੱਕ ਗੱਲ ਰਹਿੰਦੀ ਆ, ਜਦੋਂ ਅਸੀਂ ਉਹਨਾਂ ਹੱਕਾਂ ਦੀ ਗੱਲ ਕਰਦੇ ਆ ਉਦੋਂ ਇੱਕ ਨਵੀਂ ਮੁਸੀਬਤ ਲਿਆ ਕੇ ਸਾਡੇ ਸਿਰ ਜਿਹੜੀ ਆ ਪਾ ਦਿੱਤੀ ਜਾਂਦੀ ਹੈ। ਜੇ ਮੈਂ ਉਦਾਹਰਨ ਦੇ ਤੌਰ ਤੇ ਆਖਾਂ ਤੇ ਕਿਸਾਨੀ ਜਿਹੜੇ ਲਾਅ ਜਿਹੜੇ ਕ੍ਰਿਸ਼ੀ ਕਾਨੂੰਨ ਜਿਹਨਾਂ ਨੂੰ ਕਹਿੰਦੇ ਆ ਨਿਊਜ਼ ਦੇ ਵਿੱਚ ਮੀਡੀਆ ਦੇ ਵਿੱਚ, ਉਹ ਸਾਡੇ ਸਿਰ ਦੇ ਉੱਤੇ ਲਿਆ ਕੇ ਤੇ ਪਾ ਦਿੱਤੇ ਗਏ, ਸਾਨੂੰ ਮੜ ਦਿੱਤੇ ਗਏ। ਜਦੋਂ ਅਸੀਂ ਉਹਨਾਂ ਦਾ ਸੰਘਰਸ਼ ਸ਼ੁਰੂ ਕਰਦੇ ਹਾਂ, ਅਗਾਂਹ ਇੱਕ ਹੋਰ ਜਿਹੜੀ ਆ ਪ੍ਰੋਬਲਮ ਜਿਹੜੀ ਖੜੀ ਕਰ ਦਿੰਦੇ ਆ ਤੇ ਉਹਨਾਂ ਨੂੰ ਵਾਪਸ ਕਰਾਉਣ ਦੇ ਲਈ ਉਧਰ 700 ਤੋਂ ਵੱਧ ਜਿਹੜੀਆਂ ਜਾਨਾਂ ਗਈਆਂ ਤੇ ਨਾਲੇ 1.5 ਸਾਲ ਲੰਮਾ ਜਿਹੜਾ ਇਹ ਸੰਘਰਸ਼ ਗਿਆ। ਸੋ ਮੈਂ ਸਮਝਦਾ ਹਾਂ ਕਿ ਸਾਨੂੰ ਜਿਹੜੇ ਸਾਡੇ ਬੇਸਿਕ ਜੋ ਸਾਡੇ ਹੱਕ ਬਣਦੇ ਆ ਉਹਨਾਂ ਦਾ ਵੀ ਸੰਘਰਸ਼ ਨਾਲ ਦੇ ਨਾਲ ਜਿਹੜਾ ਜਾਰੀ ਰੱਖਣਾ ਚਾਹੀਦਾ ਆ। ਜਿੱਧਰ ਸਾਨੂੰ ਸਰਕਾਰ ਦੇ ਨਾਲ ਟੇਬਲ ਟਾਕ ਕਰਨ ਦੀ ਲੋੜ ਆ, ਉਧਰ ਸਾਨੂੰ ਇੱਕ ਨੌਜਵਾਨ ਪੀੜ੍ਹੀ ਜਿਹੜੀ ਆ ਉਹ ਨਵੀਂ ਸੋਚ ਵਾਲੀ, ਜਿਹੜੀ ਸੋਹਣੀ ਸੋਚ ਵਾਲੀ, ਜਿਹਨੂੰ ਆਪਣੇ ਇਤਿਹਾਸ ਤੋਂ ਜਾਣੂ ਹੋਣ, ਗੁਰੂ ਮਹਾਰਾਜ ਦੀ ਆਈਡੀਓਲੋਜੀ ਤੋਂ, ਗੁਰਬਾਣੀ ਦੇ ਨਾਲ ਬਾਣੀ ਨਾਲ ਪੱਕੇ ਹੋਣ ਤੇ ਉਹ ਸੁਹਿਰਦ ਇੱਕ ਜਿਹੜੇ ਨੌਜਵਾਨ ਪੀੜ੍ਹੀ ਅੱਗੇ ਆਵੇ ਜਿਹੜੀ ਟੇਬਲ ਟਾਕ ਕਰਨ ਦੇ ਜਿਹੜੇ ਆ ਕਾਬਲ ਹੋਵੇ ਸਰਕਾਰ ਦੇ ਨਾਲ, ਤਾਂ ਅਸੀਂ ਜਿਹੜੇ ਆ ਉਹ ਹੱਕ ਪ੍ਰਾਪਤ ਕਰ ਸਕਦੇ ਹਾਂ। ਬਾਕੀ ਭਾਈ ਸਾਹਿਬ ਜੀ, ਜਿੱਧਰ ਤੱਕ ਦਿੱਲੀ ਨਾਲ ਮੱਥਾ ਡਾਉਣ ਦੀ ਗੱਲ ਆ ਤੇ ਪੰਜਾਬ ਦੀ ਤੇ ਦਿੱਲੀ ਦੀ ਕਦੀ ਬਣੀ ਨਹੀਂ। ਸਾਡਾ ਮੱਥਾ ਜਿਹੜਾ ਹੈ ਦਿੱਲੀ ਦੇ ਨਾਲ ਉਦੋਂ ਦਾ ਹੀ ਲੱਗ ਗਿਆ ਸੀਗਾ ਜਦੋਂ ਦੀ ਪਾਰਟੀਸ਼ਨ ਜੀ ਹੋਈ ਸੀਗੀ, ਨਹੀਂ ਤਾਂ ਅਰਮਾਨ ਦੇ ਨਾਲ ਜਿਹੜਾ ਪੰਜਾਬ ਸੀ ਉਹ ਇੱਕ ਵੱਡਾ ਮਹਾ ਪੰਜਾਬ ਸੀ ਤੇ ਉਹ ਪੰਜਾਬ ਨੂੰ ਵੱਢ ਟੋਕ ਕਰ ਦਿੱਤੀ। ਇਸ ਕਰਕੇ ਸਾਡਾ ਮੱਥਾ ਜਿਹੜਾ ਹੈ ਉਹ ਜਿਹੜਾ ਹੈ ਦਿੱਲੀ ਦੇ ਨਾਲ ਲੱਗਿਆ, ਉਹ ਲੱਗਾ ਰਹਿਣਾ। ਲੇਕਿਨ ਲੱਗਦਾ ਨਹੀਂ ਕਿ ਸੰਘਰਸ਼ ਦੀ ਲੋੜ ਹੈਗੀ ਆ ਹੁਣ, ਕਿਉਂਕਿ ਇੰਨਾ ਚਿਰ ਹੋ ਗਿਆ ਬੰਦੀ ਸਿੰਘਾਂ ਨੂੰ ਰਿਹਾ ਕਰਨ ਵਾਸਤੇ ਬਹੁਤ ਸਾਰੀਆਂ ਲੈਟਰਸ ਵੀ ਲਿਖੀਆਂ ਜਾ ਰਹੀਆਂ ਨੇ, ਸ਼੍ਰੋਮਣੀ ਕਮੇਟੀ ਵੱਲੋਂ ਵੀ ਬਹੁਤ ਸਾਰੇ ਮੰਗ ਪੱਤਰ ਦਿੱਤੇ ਜਾ ਰਹੇ। ਤੁਹਾਨੂੰ ਲੱਗਦਾ ਨਹੀਂ ਕਿ ਸੰਘਰਸ਼ ਦੀ ਜ਼ਰੂਰਤ ਹੈ? ਕਾਲੇ ਕੱਪੜੇ ਪਾ ਕੇ ਤੇ ਡੀਸੀ ਦਫ਼ਤਰ ਦੇ ਬਾਹਰ ਬਹਿ ਕੇ 10 ਦਿਨ ਬੈਠੇ ਰਹੋ, ਪ੍ਰਧਾਨ ਮੰਤਰੀ ਨੂੰ ਕੋਈ ਅਸਰ ਹੀ ਨਹੀਂ ਹੋਣਾ। ਜਦੋਂ ਉਹਨਾਂ ਦੇ ਗੋਡੇ ਰੱਖਿਆ ਸੀਗਾ, ਜਦੋਂ ਦਿੱਲੀ ਬਾਰਡਰ ਤੇ ਬਰੂਹਾਂ ਤੇ ਜਾ ਕੇ ਬੈਠੇ ਸੀਗੇ, ਉਸ ਤੋਂ ਬਾਅਦ ਉਹਨਾਂ ਨੂੰ ਹਿਲਣਾ ਜੁਲਣਾ ਪੈ ਗਿਆ ਸੀਗਾ। ਉਸ ਤੋਂ ਬਾਅਦ ਟੇਬਲ ਟਾਕ ਤੱਕ ਗੱਲ ਆਈ ਸੀਗੀ। ਤੁਹਾਨੂੰ ਲੱਗਦਾ ਨਹੀਂ ਕਿ ਇਹ ਚੀਜ਼ ਹੋਣੀ ਚਾਹੀਦੀ ਆ? ਇੱਕ ਵਾਰੀ ਦਿੱਲੀ ਨੂੰ ਕੂਚ ਕੀਤਾ ਜਾਵੇ, ਕਿਉਂ ਨਹੀਂ ਛੁਡਵਾਇਆ ਜਾ ਸਕਦਾ ਬੰਦੀ ਸਿੰਘਾਂ ਨੂੰ? ਆਪਣੇ ਸਾਰੇ ਹੱਕਾਂ ਦੇ ਲਈ ਸਣੇ ਜਿਹੜੇ ਆ ਗੁਰੂ ਮਹਾਰਾਜ ਦੀ ਜਿਹੜੀ ਬੇਅਦਬੀ ਹੁੰਦੀ ਉਹਦਾ ਕਾਨੂੰਨ ਜਿਹੜਾ ਆ ਲਾਗੂ ਕਰਵਾਉਣ ਦੇ ਲਈ, ਵੇਖੋ ਜਿੱਦਣ ਬੇਅਦਬੀ ਦਾ ਕਾਨੂੰਨ ਲਾਗੂ ਹੋ ਜਾਂਦਾ ਹੈ, ਸਖਤ ਤੋਂ ਸਖਤ ਜਿਹੜੀ ਸਜ਼ਾ ਜਿਹੜੀ ਦਿੱਤੀ ਜਾਂਦੀ ਹੈ, ਜਿਹੜੀ ਆਪਾਂ ਸੋਚ ਸਕਦੇ ਹਾਂ, ਅਗਲੇ ਦਿਨ ਬੇਅਦਬੀ ਨਹੀਂ ਹੋਊਗੀ। ਤੇ ਭਾਵੇਂ ਪੰਜਾਬ ਦੇ ਪਾਣੀਆਂ ਦੇ ਮਸਲੇ ਹੋਣ, ਭਾਵੇਂ ਬੰਦੀ ਸਿੰਘਾਂ ਦੇ ਰਿਹਾਈ ਦੇ ਮਸਲੇ ਹੋਣ, ਉਹਦੇ ਲਈ ਸਿੱਖ ਕੌਮ ਨੂੰ ਹਮੇਸ਼ਾ ਜਿਹੜਾ ਸੰਘਰਸ਼ ਕਰਨਾ ਚਾਹੀਦਾ ਹੈ ਤੇ ਸੰਘਰਸ਼ ਕਰਦੇ ਵੀ ਆ ਰਹੇ ਨੇ। ਹੁਣ ਮੈਂ ਬੇਨਤੀ ਇਹ ਕਰਨਾ ਚਾਹੁੰਦਾ ਹਾਂ ਕਿ ਆਪਾਂ ਇਕੱਲੇ ਜਿਹੜੇ ਸੰਘਰਸ਼ ਕਰ ਰਹੇ ਹਾਂ, ਆਪਾਂ ਇੱਕ ਪਲੇਟਫਾਰਮ ਤੇ ਆਈਏ ਤੇ ਇੱਕ ਦੂਜੇ ਨੂੰ ਪਹਿਲਾਂ ਤਾਂ ਜਰਨਾ ਸਿੱਖੀਏ। ਜੇ ਆਪਾਂ ਇੱਕ ਦੂਜੇ ਨੂੰ ਜਰ ਨਹੀਂ ਸਕਦੇ ਤੇ ਇੱਕ ਦੂਸਰੇ ਦੀ ਵਿਚਾਰਧਾਰਾ ਨਹੀਂ ਸੁਣ ਸਕਦੇ ਤੇ ਏ ਟੀਮ ਜਿਹੜੀ ਆ ਉਹ ਬੀ ਟੀਮ ਨੂੰ ਗਾਲਾਂ ਕੱਢੀ ਜਾਂਦੀ ਹੈ, ਬੀ ਟੀਮ ਜਿਹੜੀ ਆ ਏ ਟੀਮ ਨੂੰ ਗਾਲਾਂ ਕੱਢੀ ਜਾਂਦੀ ਹੈ। ਜੇ ਆਪਾਂ ਇੱਕ ਪਲੇਟਫਾਰਮ ਤੇ ਆਣ ਕੇ ਮਿਨੀਮਮ ਕਾਮਨ ਗਰਾਊਂਡ ਤੇ ਆਪਰੇਟ ਕਰੀਏ ਤੇ ਆਪਾਂ ਸਾਰੇ ਜਿਹੜੇ ਹੱਕ ਆ ਉਹ ਦਿੱਲੀ ਸਰਕਾਰ ਦੇ ਅੱਗੇ ਆਪਣੇ ਰੱਖ ਸਕਦੇ ਹਾਂ ਤੇ ਉਹਨਾਂ ਤੋਂ ਜਿਹੜੇ ਆ ਪ੍ਰਾਪਤ ਕਰ ਸਕਦੇ। ਉਹਦੇ ਲਈ ਪਹਿਲਾਂ ਸਿੱਖਾਂ ਨੂੰ ਇੱਕ ਸ਼ਕਤੀ ਬਣਨਾ ਪਊਗਾ। ਆਹ 5 ਉਂਗਲੀਆਂ ਵੱਖਰੀਆਂ ਨੇ, ਪਰ ਜੇ ਆਪਾਂ ਇਹਨੂੰ ਇਕੱਠੀਆਂ ਕਰ ਲੈਂਦੇ ਹਾਂ ਤਾਂ ਸ਼ਕਤੀ ਬਹੁਤ ਜ਼ਿਆਦਾ ਬਣ ਜਾਂਦੀ ਹੈ। ਇੱਕ ਦੂਸਰੇ ਨੂੰ ਪਹਿਲਾਂ ਤਾਂ ਪਹਿਚਾਣੀਏ ਟਰਾਂਸਪੇਰੈਂਟ ਹੋ ਕੇ, ਨਾਲੇ ਤੇ ਇੱਕ ਕਮਿਊਨੀਕੇਸ਼ਨ ਆਪਣੀ ਜਿਹੜੀ ਸ਼ੁਰੂ ਕਰੀਏ ਇੱਕ ਦੂਸਰੇ ਦੇ ਨਾਲ, ਤੇ ਨਾਲੇ ਆਪਣਿਆਂ ਨੂੰ ਤੇ ਗੈਰਾਂ ਨੂੰ ਪਹਿਚਾਣ ਕੇ ਤੇ ਇੱਕ ਪਲੇਟਫਾਰਮ ਤੇ ਆਈਏ ਤੇ ਫਿਰ ਸੰਘਰਸ਼ ਸ਼ੁਰੂ ਕਰੀਏ। ਫਿਰ ਉਹ ਜਿਹੜਾ ਹੈ ਪਾਰ ਜਿਹੜਾ ਉਤਰਨਾ ਆ, ਨਹੀਂ ਤਾਂ ਨਹੀਂ। ਸੋ ਏਸ਼ੀਅਨ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਕੰਵਰਚਰਨ ਸਿੰਘ ਹੋਣੇ, ਜਿਨ੍ਹਾਂ ਵੱਲੋਂ ਲਗਾਤਾਰ ਹੀ 1984 ਨੂੰ ਲੈ ਕੇ ਬਹੁਤ ਜੋ ਗੱਲਬਾਤ ਹੈ ਉਹ ਕੀਤੀ ਗਈ ਹੈ ਤੇ ਕਿਹਾ ਜਾ ਰਿਹਾ ਕਿ ਉਹ ਦੌਰ ਜਿਹੜਾ ਸੀਗਾ ਉਹ ਕਾਲਾ ਦੌਰ ਸੀਗਾ, ਕਿਉਂਕਿ ਉਸ ਵੇਲੇ ਵੀ ਪਰਿਵਾਰਿਕ ਮੈਂਬਰ ਜਿਹੜੇ ਨੇ ਜੂਨ ਦੇ ਵਿੱਚ ਇਹਨਾਂ ਦੇ ਬਹੁਤ ਸਾਰੇ ਸ਼ਹੀਦ ਹੋਏ ਸਨ, ਜਿਸ ਕਰਕੇ ਅੱਜ ਵੀ ਉਹ ਦਿਨ ਜਿਹੜੇ ਨੇ ਜਦੋਂ ਆਉਂਦੇ ਨੇ ਤੇ ਬਹੁਤ ਦਿਲ ਨੂੰ ਜਿਹੜਾ ਆ ਉਹ ਜਿਹੜਾ ਦਿਲ ਭਰਿਆ ਹੋਇਆ ਲੱਗਦਾ, ਕਿਉਂਕਿ ਨਵੰਬਰ ਦੇ ਵਿੱਚ ਜਿਹੜੇ ਲੋਕ ਸ਼ਹੀਦ ਹੋਏ ਸਨ ਉਹਨਾਂ ਵਿੱਚ ਵੀ ਇਹਨਾਂ ਦੇ ਪਰਿਵਾਰਿਕ ਮੈਂਬਰ ਜਿਹੜੇ ਨੇ ਉਹ ਗੱਲਬਾਤ ਕਰਦੇ ਨੇ ਤੇ ਉਹਨਾਂ ਨਾਲ ਬਹੁਤ ਸਾਰੀਆਂ ਵਿਚਾਰਾਂ ਜਿਹੜੀਆਂ ਨੇ ਉਹ ਵੀ ਸਾਂਝੀਆਂ ਹੁੰਦੀਆਂ ਨੇ। ਦੂਸਰੇ ਪਾਸੇ ਇਹਨਾਂ ਦਾ ਕਹਿਣਾ ਕਿ ਜੇਕਰ ਅਸੀਂ ਆਪਣੇ ਹੱਕ ਹਕੂਕ ਲੈਣੇ ਤਾਂ ਸਾਨੂੰ ਸਾਰਿਆਂ ਨੂੰ ਇੱਕ ਪਲੇਟਫਾਰਮ 'ਤੇ ਇਕੱਠੇ ਹੋ ਕੇ ਇਕੱਠੇ ਜਿਹੜੀ ਆਵਾਜ਼ ਚੁੱਕਣ ਦੀ ਲੋੜ ਹੈ। ਕੈਮਰਾਮੈਨ ਵੰਸ਼ ਦੇ ਨਾਲ ਗੁਰਪ੍ਰੀਤ ਸਿੰਘ, ਪੰਜਾਬੀ ਲੋਕ ਚੈਨਲ, ਅੰਮ੍ਰਿਤਸਰ।